ਸ਼ਮਾਦਾਨ। ਰੇਡੀਓ ਪੰਜਾਬ ਟੂਡੇ ਦੇ ਨਾਲ ਜੁੜ ਚੁੱਕੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਜੀ। ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਸੀਂ ਬਠਿੰਡਾ ਸਟੂਡੀਓ ਤੋਂ ਇਸ ਵਕਤ ਲਾਈਵ ਜੁੜ ਚੁੱਕੇ ਹੋ ਜੀ। ਅੱਜ ਤਰੀਕ ਹੈ 30 ਜੂਨ। ਸੋ ਜੂਨ ਮਹੀਨੇ ਦਾ ਅੱਜ ਆਪਾਂ ਆਖਰੀ ਸ਼ੋਅ ਕਰ ਰਹੇ ਹਾਂ ਜੀ, ਅਤੇ ਕੱਲ੍ਹ ਤੋਂ ਜੁਲਾਈ ਸ਼ੁਰੂ ਹੋ ਜਾਏਗਾ। ਸੋ ਜੁਲਾਈ ਤੋਂ ਦੇ ਸ਼ੋਅ ਸ਼ੁਰੂ ਹੋ ਜਾਣਗੇ ਕੱਲ੍ਹ ਦੇ। ਅਤੇ ਬਠਿੰਡੇ ਦੀ ਆਪਾਂ ਗੱਲਬਾਤ ਕਰੀਏ ਤਾਂ ਵੈਸੇ ਵੀ ਮੌਸਮ ਜਿਹੜਾ ਹੈ ਉਹ ਵੀ ਜਿਹੜਾ ਹੈ ਬਦਲ ਰਿਹਾ ਹੈ। ਚੰਡੀਗੜ੍ਹ ਅਤੇ ਆਸ-ਪਾਸ ਦੇ ਇਲਾਕੇ ਦੇ ਵਿੱਚ ਤਾਂ ਭਾਰੀ ਮੀਂਹ ਸ਼ੁਰੂ ਹੋ ਵੀ ਗਏ ਨੇ, ਜਿਸ ਨਾਲ ਲੋਕਾਂ ਨੂੰ ਕਾਫੀ ਰਾਹਤ ਮਹਿਸੂਸ ਹੋ ਰਹੀ ਹੈ। ਅਤੇ ਪ੍ਰੋਗਰਾਮ ਦੇ ਇਸ ਹਿੱਸੇ ਦੇ ਸਪੋਂਸਰ ਨੇ ਜੀ ਮਾਲਵਾ ਬ੍ਰਦਰਸ ਕੁਇਨਜ਼ ਨਿਊਯਾਰਕ, ਅਤੇ ਇਸ ਦੇ ਨਾਲ ਹੀ ਅਸੀਂ ਧੰਨਵਾਦੀ ਹਾਂ ਜੀ ਨਿਊਯਾਰਕ ਤੋਂ ਚਰਨਜੀਤ ਸਿੰਘ ਸਮਰਾ ਅਤੇ ਸਾਥੀਆਂ ਦੇ, ਜਿਨ੍ਹਾਂ ਨੇ ਰੇਡੀਓ ਨੂੰ ਸਹਿਯੋਗ ਦਿੱਤਾ। ਅਸੀਂ ਧੰਨਵਾਦੀ ਹਾਂ ਦਿਓਲ ਬ੍ਰਦਰਸ ਵੇਕਰਸਫੀਲਡ 'ਤੇ ਜੀ। ਸੋ ਅਸੀਂ ਜਿੱਥੇ ਇਹਨਾਂ ਦਾ ਧੰਨਵਾਦ ਕਰਦੇ ਹਾਂ, ਉੱਥੇ ਹੀ ਅਸੀਂ ਇੱਕ ਹੋਰ ਵਪਾਰਕ ਸੁਨੇਹਾ ਤੁਹਾਡੇ ਨਾਲ ਸਾਂਝਾ ਕਰਨਾ ਚਾਹਾਂਗੇ ਕਿ ਜੇਕਰ ਤੁਸੀਂ ਨਿਊਯਾਰਕ ਅਤੇ ਨਿਊ ਜਰਸੀ ਜਾਂ ਇਸ ਦੇ ਨੇੜੇ ਤੇੜੇ ਦੇ ਵਿੱਚ ਕੈਟਰਿੰਗ ਕਰਵਾਉਣਾ ਚਾਹੁੰਦੇ ਹੋ ਤਾਂ ਸੰਪਰਕ ਕਰੋ ਮੰਗਤ ਰਾਮ ਮੰਗੀ ਸੋਹਣਾ ਪੰਜਾਬ ਰੈਸਟੋਰੈਂਟ। ਫ਼ੋਨ ਨੰਬਰ ਹੈ ਜੀ 347 567 0015 ਜੀ। ਅਤੇ ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਅਤੇ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਸਾਡੇ ਨਾਲ ਖਬਰਾਂ ਦੇ ਉੱਤੇ ਗੱਲਬਾਤ ਕਰਨ ਦੇ ਲਈ ਸਟੂਡੀਓ ਦੇ ਵਿੱਚ ਮੌਜੂਦ ਰਹਿਣਗੇ ਸੀਨੀਅਰ ਪੱਤਰਕਾਰ ਸਰਦਾਰ ਬਖਤੌਰ ਸਿੰਘ ਢਿੱਲੋਂ ਜੀ। ਸੋ ਢਿੱਲੋਂ ਸਾਹਿਬ ਨੂੰ ਅਸੀਂ ਜੋੜਾਂਗੇ ਜੀ ਪਹਿਲੇ ਹਿੱਸੇ ਦੇ ਵਿੱਚ, ਅਤੇ ਕਰਾਂਗੇ ਉਹਨਾਂ ਨਾਲ ਗੱਲਾਂ ਬਾਤਾਂ ਅੱਜ ਦੀਆਂ ਪ੍ਰਮੁੱਖ ਖਬਰਾਂ ਦੇ ਉੱਤੇ। ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਸਾਰੇ ਸਰੋਤਿਆਂ ਦਾ ਸਵਾਗਤ ਹੈ ਜੀ। ਅਤੇ ਢਿੱਲੋਂ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ ਜੀ। ਪ੍ਰੋਗਰਾਮ ਦੇ ਵਿੱਚ ਢਿੱਲੋਂ ਸਾਹਿਬ ਪਹੁੰਚ ਚੁੱਕੇ ਨੇ। ਸੋ ਢਿੱਲੋਂ ਸਾਹਿਬ ਨੂੰ ਬੁਲਾਉਂਦੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ। ਸਤਿ ਸ਼੍ਰੀ ਅਕਾਲ ਜਸਪ੍ਰੀਤ ਜੀ। ਢਿੱਲੋਂ ਸਾਹਿਬ, ਸੋ ਅੱਜ ਆਪਾਂ ਖਬਰਾਂ ਦੇ ਉੱਤੇ ਚਰਚਾਵਾਂ ਕਰੀਏ ਤਾਂ ਜੀ ਸਭ ਤੋਂ ਪਹਿਲਾਂ ਜਿਹੜੀ ਖਬਰ ਸੁਰਖੀਆਂ ਦੇ ਵਿੱਚ ਲਗਾਤਾਰ ਕੱਲ੍ਹ ਰਾਤ ਦੀ ਚੱਲ ਰਹੀ ਹੈ ਜੀ, ਉਹ ਹੈ ਜੀ ਉਧਵ ਠਾਕਰੇ ਦਾ ਅਸਤੀਫਾ। ਕਿਉਂਕਿ ਸੁਪਰੀਮ ਕੋਰਟ ਵੱਲੋਂ ਉਸਨੂੰ ਫਲੋਰ ਟੈਸਟ ਦੇ ਲਈ ਬੁਲਾ ਲਿਆ ਗਿਆ ਸੀਗਾ, ਅਤੇ ਫਲੋਰ ਟੈਸਟ ਕਰਨਾ ਸੀਗਾ, ਬਹੁਮਤ ਆਪਣਾ ਉਹਨੇ ਉਸ ਵੱਲੋਂ ਸਾਬਿਤ ਕਰਨਾ ਸੀ, ਪਰ ਉਹ ਨੌਬਤ ਆਉਂਦੀ ਉਸ ਤੋਂ ਪਹਿਲਾਂ ਹੀ ਉਸਨੇ ਅਸਤੀਫਾ ਦੇ ਦਿੱਤਾ। ਸੋ ਉਧਵ ਠਾਕਰੇ ਵੱਲੋਂ ਦਿੱਤਾ ਗਿਆ ਜੀ ਇਹ ਅਸਤੀਫਾ। ਅਤੇ ਉਧਵ ਠਾਕਰੇ ਦੇ ਅਸਤੀਫੇ ਬਾਰੇ ਕੀ ਕਹੋਗੇ ਜੀ? ਅਸਲ ਦੇ ਵਿੱਚ ਜੇ ਉਧਵ ਠਾਕਰੇ ਦੇ ਅਸਤੀਫੇ ਨੂੰ ਦੇਖੀਏ, ਮਹਾਰਾਸ਼ਟਰ ਦੇ ਸੰਕਟ ਨੂੰ ਦੇਖੀਏ, ਤਾਂ ਜਸਪ੍ਰੀਤ ਆਪਾਂ ਨੂੰ ਬਹੁਤ ਪਛਾਣ ਜਾਣਾ ਪੈਣਾ ਜੀ। ਅਰੁਣਾਚਲ ਪ੍ਰਦੇਸ਼ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਹੁੰਦੀ ਸੀ, ਅਤੇ ਉਸ ਸਰਕਾਰ ਨੂੰ ਫਿਰ ਡੀਸਟੇਬਲਾਈਜ਼ ਕਰਨ ਵਾਸਤੇ ਜਦੋਂ ਭਾਰਤੀ ਜਨਤਾ ਪਾਰਟੀ ਨੇ ਸਾਰੀਆਂ ਕੇਂਦਰੀ ਸ਼ਕਤੀ ਇਸਤੇਮਾਲ ਕੀਤੀਆਂ, ਨਤੀਜਾ ਇਹ ਹੋਇਆ ਕਿ ਬਣੀ ਬਣਾਈ ਸਰਕਾਰ ਹੀ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਗਈ ਸੀ ਜੀ। ਉੱਥੇ ਆਪਾਂ ਨੂੰ ਪਤਾ ਕਿ ਉਹਨਾਂ ਨੇ ਆਪਣੀ ਸਰਕਾਰ ਸਥਾਪਿਤ ਕਰ ਲਈ। ਬਿਲਕੁਲ ਜੀ। ਵੈਸੇ ਵੀ ਜੇ ਆਪਾਂ ਦੇਖੀਏ ਸਾਰੇ ਸੂਬਿਆਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਪਾਰਲੀਮੈਂਟ ਜ਼ਰੂਰ ਜਿੱਤ ਗਈ ਹੈ, ਲੇਕਿਨ ਰਾਜਾਂ ਦੇ ਵਿੱਚ ਉਹ ਆਪਣੀਆਂ ਸਰਕਾਰਾਂ ਬਣਾਉਣ ਦੇ ਵਿੱਚ ਸਫਲ ਨਹੀਂ ਹੋਈ ਜੀ। ਦਿੱਲੀ ਦੀ ਮਿਸਾਲ ਆਪਾਂ ਦੇਖੀਏ, ਦਿੱਲੀ ਦੇ ਵਿੱਚ ਜੇ ਕਾਰਪੋਰੇਸ਼ਨ ਦੀਆਂ ਚੋਣਾਂ ਹੁੰਦੀਆਂ ਨਤੀਜੇ ਹੋਰ ਹੁੰਦੇ ਹੈ। ਵਿਧਾਨ ਸਭਾ ਦੀਆਂ ਚੋਣਾਂ ਹੋਣ ਤਾਂ ਉੱਥੇ ਲੋਕ ਆਮ ਆਦਮੀ ਪਾਰਟੀ ਨੂੰ ਪਸੰਦ ਕਰਦੇ ਹੈ ਜੀ, ਲੇਕਿਨ ਜਦੋਂ ਲੋਕ ਸਭਾ ਦੀਆਂ ਚੋਣਾਂ ਹੁੰਦੀਆਂ ਤਾਂ ਲੋਕ ਇਹਨਾਂ ਨੂੰ ਵੋਟਾਂ ਪਾ ਦਿੰਦੇ ਹੈ। ਅੱਜ ਕੱਲ੍ਹ ਲੋਕ ਸੁਚੇਤ ਹੋਏ ਹੈ, ਉਹ ਵੇਖ ਕੇ, ਬੰਦਾ ਦੇਖ ਕੇ, ਪਾਰਟੀ ਦੇਖ ਕੇ, ਇੰਟਰਸਟ ਦੇਖ ਕੇ ਵਿਧਾਨ ਸਭਾ ਅਤੇ ਲੋਕ ਸਭਾ ਬਾਰੇ ਉਹਨਾਂ ਦੇ ਅਲੱਗ-ਅਲੱਗ ਜਿਹੜੇ ਹੈਗੇ ਆ ਉਹ ਮਾਪਦੰਡ ਹੁੰਦੇ ਹੈ ਕਿਹਨੂੰ ਵੋਟ ਪਾਉਣੀ ਹੈ। ਬਿਲਕੁਲ ਜੀ। ਸੋ ਭਾਵੇਂ ਭਾਰਤੀ ਜਨਤਾ ਪਾਰਟੀ ਨੂੰ ਸਪਸ਼ਟ ਬਹੁਮਤ ਦੇ ਦਿੱਤਾ ਲੋਕਾਂ ਨੇ, ਉਹ ਪਾਰਲੀਮੈਂਟ ਦੇ ਵਿੱਚ ਪੂਰੀ ਮੁਸਤੈਦ ਸਰਕਾਰ ਬਣਾਈ ਬੈਠੀ ਹੈ ਜੀ, ਲੇਕਿਨ ਰਾਜਾਂ ਦੀ ਹਾਲਤ ਕੁਛ ਹੋਰ ਹੈ। ਪਰ ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਇੱਕ ਤਹਈਆ ਕੀਤਾ ਹੋਇਆ ਹੈ ਕਿ ਕਾਂਗਰਸ ਮੁਕਤ ਭਾਰਤ ਚਾਹੀਦਾ ਹੈ, ਅਤੇ ਕਾਂਗਰਸ ਮੁਕਤ ਭਾਰਤ ਕਰਨ ਵਾਸਤੇ ਉਹਨੇ ਕਾਂਗਰਸ ਪਾਰਟੀ ਜਾਂ ਕਾਂਗਰਸ ਪਾਰਟੀ ਦੀ ਹਮਾਇਤ ਨਾਲ ਬਣੀਆਂ ਹੋਈਆਂ ਸਰਕਾਰਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਜੀ। ਵੈਸੇ ਇਹ ਜਿਹੜਾ ਦਲ ਬਦਲੀ ਵਾਲਾ ਚੱਲਣੇ ਕੋਈ ਪਹਿਲਾਂ ਨਹੀਂ। ਇੱਕ ਵਾਰੀ ਇਹ ਹੋਇਆ ਸੀ ਕਿ ਭਜਨ ਲਾਲ ਹੁੰਦਾ ਸੀ ਹਰਿਆਣੇ ਦਾ ਮੁੱਖ ਮੰਤਰੀ ਜੀ, ਔਰ ਉਸ ਵੇਲੇ 1977 ਦੇ ਵਿੱਚ ਐਮਰਜੈਂਸੀ ਹਟੀ ਸੀ। ਅੱਛਾ ਜੀ। ਅਤੇ ਭਜਨ ਲਾਲ ਜਦੋਂ ਉੱਥੇ ਚੋਣਾਂ ਹੋਈਆਂ, ਭਜਨ ਲਾਲ ਵੀ ਚੱਕ ਕੇ ਆਪਦਾ ਤਾਂਗੜ ਪਟ ਗਿਆ ਸਾਰਾ, ਉਹ ਵੀ ਜਨਤਾ ਪਾਰਟੀ 'ਚ ਰਲ ਗਿਆ ਸੀ। ਠੀਕ ਹੈ ਜੀ। ਚੋਣਾਂ ਹੋਈਆਂ, ਜਨਤਾ ਪਾਰਟੀ ਦੀ ਸਰਕਾਰ ਬਣ ਗਈ, ਭਜਨ ਲਾਲ ਬਣ ਗਿਆ ਮੁੱਖ ਮੰਤਰੀ। ਅੱਛਾ ਜੀ। 1980 ਦੇ ਵਿੱਚ ਦੁਬਾਰਾ ਫਿਰ ਲੋਕ ਸਭਾ ਦੀਆਂ ਚੋਣਾਂ ਹੋ ਗਈਆਂ, ਇੰਦਰਾ ਗਾਂਧੀ ਬਣ ਗਈ ਪ੍ਰਧਾਨ ਮੰਤਰੀ ਜੀ, ਦੁਬਾਰਾ ਪ੍ਰਧਾਨ ਮੰਤਰੀ। ਅਤੇ ਭਜਨ ਲਾਲ ਨੇ ਫਿਰ ਇੱਕ ਨਵਾਂ ਜਿਹੜਾ ਹੈਗਾ ਉਸ ਵੇਲੇ ਕੀਰਤੀਮਾਨ ਸਥਾਪਿਤ ਕੀਤਾ ਸੀ,
ਆਪਾਂ ਕਈ ਵਾਰੀ ਗੱਲ ਸੁਣਦੇ ਹੁੰਦੇ ਹਾਂ ਕਿ ਲਾੜੇ ਸਣੇ ਬਰਾਤ ਜੀ, ਤੇ ਉਹ ਲਾੜੇ ਸਣੇ ਬਰਾਤ ਸਾਰੇ ਦੇ ਸਾਰੇ ਪਹਿਲਾਂ ਜਨਤਾ ਪਾਰਟੀ ਫਿਰ ਕਾਂਗਰਸ ਚਲੇ ਗਏ ਸੀ। ਠੀਕ ਹੈ ਜੀ। ਸਣੇ ਜਿਹੜਾ ਤੁਹਾਡਾ ਜਿਹੜਾ ਮੁੱਖ ਮੰਤਰੀ ਉਹਨੇ ਤਾਂ ਅਗਵਾਈ ਕੀਤੀ, ਸਾਰਾ ਮੰਤਰੀ ਮੰਡਲ ਚਲਾ ਗਿਆ ਤੇ ਸਾਰੇ ਹੀ ਐਮਐਲਏ ਚਲੇ ਗਏ। ਠੀਕ ਹੈ ਜੀ। ਸੋ ਇਹ ਬਿਮਾਰੀ ਤਾਂ ਹੈਗੀ ਪੁਰਾਣੀ, ਪਰ ਭਾਰਤੀ ਜਨਤਾ ਪਾਰਟੀ ਨੇ ਕਿਉਂਕਿ ਕਾਂਗਰਸ ਮੁਕਤ ਭਾਰਤ ਬਣਾਉਣ ਦੇ ਉੱਤੇ ਤਹਈਆ ਕੀਤਾ ਹੋਇਆ ਹੈ। ਜੀ, ਅਰੁਣਾਚਲ ਪ੍ਰਦੇਸ਼ ਤੋਂ ਕੰਮ ਸ਼ੁਰੂ ਹੁੰਦਾ ਹੈ ਤੇ ਫਿਰ ਅਗਾਂਹ ਤੁਸੀਂ ਦੇਖ ਲਓ ਗੋਆ ਦੇ ਵਿੱਚ ਚੋਣਾਂ ਹੁੰਦੀਆਂ, ਕਾਂਗਰਸ ਪਾਰਟੀ ਵੱਡੀ ਪਾਰਟੀ ਵਜੋਂ ਉੱਭਰ ਆਈ, ਬਿਲਕੁਲ ਜੀ। ਉੱਥੇ ਵੀ ਉਹਨਾਂ ਨੇ ਜਿਹੜੀ ਹੈਗੀ ਹੈ ਆਪਣੀ ਤਾਕਤ ਦਾ ਇਸਤੇਮਾਲ ਕਰਕੇ, ਜੀ, ਮਤਲਬ ਜਿਹਨੂੰ ਕਹੀਏ ਆਪਾਂ ਦੁਰਵਰਤੋਂ ਕਰਕੇ, ਉਹਨਾਂ ਨੇ ਉੱਥੇ ਸਰਕਾਰ ਆਪਦੀ ਬਣਾ ਲਈ ਸੀ। ਜੀ, ਫਿਰ ਅੱਗੇ ਕਰਨਾਟਕਾ ਦੇ ਵਿੱਚ ਦੇਖੋ ਤੁਸੀਂ, ਕਰਨਾਟਕਾ ਦੇ ਵਿੱਚ ਸਰਕਾਰ ਹੁੰਦੀ ਸੀ ਜਿਹੜਾ ਉਹ ਜਨਤਾ ਦਲ ਸੈਕੂਲਰ ਦਾ ਦੇਵਗੌੜੇ ਦੇ ਮੁੰਡੇ ਦਾ HD ਕੁਮਾਰਾ ਸਵਾਮੀ ਜੀ, ਤੇ ਉਹਦੇ ਅਮਦਾਦ ਦੀ ਜਿਹੜੇ ਸੀ ਉਹ ਕਾਂਗਰਸ ਪਾਰਟੀ ਵਾਲੇ ਸੀ, ਕਾਂਗਰਸ ਨੇ ਸਪੋਰਟ ਕਰਤੀ ਸੀ। ਉਹ ਇੱਕ ਕੋਲੀਸ਼ਨ ਸਰਕਾਰ ਬਣ ਗਈ ਸੀ। ਉਸ ਕੋਲੀਸ਼ਨ ਸਰਕਾਰ ਨੂੰ ਵੀ ਫਿਰ ਇਹਨਾਂ ਨੇ ਡੀਸਟੈਬਲਾਈਜ਼ ਕੀਤਾ ਸੀ। ਉੱਥੇ ਵੀ ਇਹਨਾਂ ਨੇ ਪਾਰਟੀ ਤੋੜ ਕੇ ਉਹਨਾਂ ਦੀ ਜਿਹੜੀ ਸੈਕੂਲਰ ਜਨਤਾ ਦਲ ਸੀ ਉਹਨਾਂ ਨੇ ਆਪਣੀ ਸਰਕਾਰ ਬਣਾ ਲਈ ਸੀ। ਅਗਾਂਹ ਤੁਸੀਂ ਦੇਖੋ ਮੱਧ ਪ੍ਰਦੇਸ਼, 15 ਸਾਲ ਮੱਧ ਪ੍ਰਦੇਸ਼ ਦੇ ਵਿੱਚ ਸੱਤਾ ਰਹੀ ਹੈ ਭਾਰਤੀ ਜਨਤਾ ਪਾਰਟੀ ਦੇ ਹੱਥ। ਪਰ 15 ਸਾਲਾਂ ਬਾਅਦ ਜਦੋਂ ਚੋਣਾਂ ਹੋਈਆਂ ਸੀ ਤੇ ਉਹਨਾਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਇੱਕ ਵੱਡੀ ਪਾਰਟੀ ਵਜੋਂ ਉੱਭਰੀ ਸੀ। ਜੀ, ਬਹੁਜਨ ਸਮਾਜ ਪਾਰਟੀ ਤੇ ਕੁਝ ਇੰਡੀਪੈਂਡੈਂਟਸ ਦੀ ਮਦਦ ਦੇ ਨਾਲ ਉਹਨਾਂ ਨੇ ਆਪਣੀ ਸਰਕਾਰ ਬਣਾ ਲਈ, ਲੇਕਿਨ ਉਸ ਸਰਕਾਰ ਦਾ ਰਫੜ ਵੀ ਇਹ ਪੈ ਗਿਆ ਕਿਉਂਕਿ ਇੱਕ ਤਾਂ ਕਾਂਗਰਸ ਹਾਈ ਕਮਾਂਡ ਥੋੜੀ ਜਿਹੀ ਕਮਜ਼ੋਰ ਆ, ਫੈਸਲਾ ਅਕਸਰ ਲੈ ਨਹੀਂ ਸਕਦੀ। ਜੀ, ਗੰਗਾ ਗਏ ਤਾਂ ਗੰਗਾ ਰਾਮ ਤੇ ਜਮਨਾ ਗਏ ਤਾਂ ਜਮਨਾ ਰਾਮ, ਜਿਹੜਾ ਮਿਲਦਾ ਉਸੇ ਨੂੰ ਦੇ ਦਿੰਦੇ ਆ ਥਾਪੀ ਵੀ ਕੋਈ ਨਹੀਂ ਤੈਨੂੰ ਮੁੱਖ ਮੰਤਰੀ ਬਣਾਵਾਂਗੇ। ਜਦੋਂ ਕਾਂਗਰਸ ਪਾਰਟੀ ਬਹੁਤ ਸ਼ਕਤੀਸ਼ਾਲੀ ਹੁੰਦੀ ਸੀ, ਬੜੀ ਸ਼ਕਤੀਸ਼ਾਲੀ ਲੀਡਰ ਹੁੰਦੀ ਸੀ ਇੰਦਰਾ ਗਾਂਧੀ, ਉਦੋਂ ਇਹ ਗੱਡੀ ਚੱਲ ਜਾਂਦੀ ਸੀ ਕਿਉਂਕਿ ਇੰਦਰਾ ਗਾਂਧੀ ਜਿਹੜੀ ਹੈਗੀ ਆ ਉਹ ਹਰ ਸਟੇਟ ਦੇ ਵਿੱਚ 2-2 ਗਰੁੱਪ ਬਣਾ ਕੇ ਰੱਖਦੀ ਹੁੰਦੀ ਸੀ ਔਰ ਉਹਨਾਂ ਦੋਨਾਂ ਗਰੁੱਪਾਂ ਨੂੰ ਉਹਨੂੰ ਹੱਕਣਾ ਆਉਂਦਾ ਸੀ। ਉਹਨਾਂ ਨੂੰ ਕਿਵੇਂ ਸਾਧਨਾ ਇਹ ਉਹਨੂੰ ਜਿਹੜੀ ਹੈਗੀ ਕਲਾ ਆਉਂਦੀ ਸੀ। ਹੁਣ ਇਹ ਕਲਾ ਬੀਬੀ ਸੋਨੀਆ ਗਾਂਧੀ ਨੂੰ ਤਾਂ ਆ ਨਹੀਂ ਸਕਦੀ ਕਿਉਂਕਿ ਉਹਦਾ ਪਿਛੋਕੜ ਯੂਰਪੀਨ ਹੈ ਔਰ ਯੂਰਪੀਨ ਪਿਛੋਕੜ ਦੇ ਵਿੱਚ ਤੋੜ ਭਰਨ ਵਾਲੀ ਗੱਲ ਹੁੰਦੀ ਨਹੀਂ। ਰਾਹੁਲ ਗਾਂਧੀ ਨੂੰ ਪਤਾ ਹੀ ਨਹੀਂ ਵੀ ਡੱਡਾ ਕਿਹੜੇ ਵੇਲੇ ਪਾਣੀ ਪੀਂਦੀਆਂ ਜੀ। ਉਹਨੇ ਉਹ ਬਣਾ ਤਾਂ ਲੈਂਦਾ, ਗਰੁੱਪ 2 ਬਣਾ ਲੈਂਦਾ, ਲੇਕਿਨ ਉਹਨਾਂ ਦੋਨਾਂ ਗਰੁੱਪਾਂ ਦੇ ਵਿੱਚ ਬੈਲੈਂਸ ਕਿਵੇਂ ਬਣਾ ਕੇ ਰੱਖਣਾ ਇਹ ਉਹਨੂੰ ਆਉਂਦਾ ਨਹੀਂ ਜੀ। ਇਹੀ ਕੁਛ ਜਿਹੜਾ ਹੈਗਾ ਤੁਸੀਂ ਦੇਖਿਆ ਉਹਨਾਂ ਵੀ ਮੱਧ ਪ੍ਰਦੇਸ਼ ਦੇ ਵਿੱਚ ਵੀ ਹੋਇਆ। ਮੱਧ ਪ੍ਰਦੇਸ਼ ਦੇ ਵਿੱਚ ਇੱਕ ਪਾਸੇ ਕਮਲਨਾਥ ਜੀ, ਉਹ ਇੱਕ ਵੱਡਾ ਲੀਡਰ ਹੈ। ਕਮਲਨਾਥ ਬਹੁਤ ਪੁਰਾਣਾ ਹੈ, ਸੰਜੇ ਗਾਂਧੀ ਵੇਲੇ ਦਾ ਲੀਡਰ ਹੈ, ਯੂਥ ਕਾਂਗਰਸ ਦੇ ਵਿੱਚੋਂ ਆਇਆ ਹੋਇਆ, ਬੜਾ ਕਲਾਕਾਰ ਬੰਦਾ ਹੈ, ਤੋੜ ਭੰਨ ਉਹਨੂੰ ਆਉਂਦੀ ਹੈ। ਤੇ ਦੂਸਰਾ ਜੋਤਿਰਾਦਿੱਤਿਆ ਸਿੰਧੀਆ, ਉਹ ਮਾਧੋ ਰਾਓ ਸਿੰਧੀਆ ਦਾ ਮੁੰਡਾ ਹੈ। ਮਾਧੋ ਰਾਓ ਸਿੰਧੀਆ ਦੀ ਤੇ ਰਾਹੁਲ ਗਾਂਧੀ ਦੇ ਬਾਪ ਰਾਜੀਵ ਗਾਂਧੀ ਦੀ ਬੜੀ ਕਰੀਬੀ ਦੋਸਤੀ ਹੁੰਦੀ ਸੀ। ਇਹਨਾਂ ਦੋਨਾਂ ਮੁੰਡਿਆਂ ਦੀ ਵੀ ਦੋਸਤੀ, ਦੋਨਾਂ ਨੂੰ ਕਹਿੰਦਾ ਤੈਨੂੰ ਬਣਾਵਾਂਗੇ। ਜਦੋਂ ਬਣਾਉਣ ਦੀ ਗੱਲ ਆਈ ਤੇ ਜਿਹਦੇ ਝੋਲੀ 'ਚ ਦਾਣੇ ਸੀ, ਦਾਣੇ ਜ਼ਿਆਦਾ ਝੋਲੀ 'ਚ ਸੀਗੇ ਕਮਲਨਾਥ ਦੇ, ਤੇ ਕਮਲਨਾਥ ਦੀ ਸਰਕਾਰ ਬਣਦੀ ਦਿਖਦੀ ਸੀ। ਫਿਰ ਦੋਨਾਂ ਨੂੰ ਜਿਵੇਂ ਥਾਪੀ ਜੀ ਦੇ ਕੇ ਤੋੜ ਦਿੱਤਾ, ਪਰ ਬੜਾ ਲੰਬਾ ਸਮਾਂ ਗੱਲ ਚੱਲੀ ਨਹੀਂ। ਬਿਲਕੁਲ ਜੀ। ਅਖੀਰ ਜਦੋਂ ਦੇਖਿਆ ਉਹਨੇ ਕਿ ਨਾ ਇਹ ਮੈਨੂੰ ਚਲੋ ਮੁੱਖ ਮੰਤਰੀ ਤਾਂ ਨਹੀਂ ਬਣਾਇਆ, ਮੈਨੂੰ ਸਟੇਟ ਕਾਂਗਰਸ ਦਾ ਪ੍ਰੈਜ਼ੀਡੈਂਟ ਬਣਾਇਆ ਉਹ ਵੀ ਨਹੀਂ, ਤੇ ਫਿਰ ਬੀਜੇਪੀ ਵਾਲਿਆਂ ਨੇ ਦਾਣੇ ਪਾਤੇ। ਉਹਨਾਂ ਨੇ ਜੋ ਦਾਣੇ ਪਾ ਕੇ ਉਹਨੂੰ ਥੋੜ੍ਹਾ ਜਿਹਾ ਲਾਇਆ ਆਪਣਾ, ਜਿਵੇਂ ਆਪਾਂ ਕੁੱਕੜ ਨਹੀਂ ਸ਼ਾਮ ਨੂੰ ਪਿੰਡਾਂ ਦੇ ਵਿੱਚ ਲੋਕ ਤਾੜਦੇ ਹੁੰਦੇ, ਟੋਕਰਾ ਲੱਗਿਆ ਹੁੰਦਾ ਵੱਡਾ ਸਾਰਾ, ਤੇ ਖਿੱਚ ਲੈਂਦੇ ਆ ਦਾਣੇ ਪਾ ਕੇ ਉਧਰ ਨੂੰ ਲੈ ਜਾਂਦੇ ਆ। ਉਹ ਹੌਲੀ ਹੌਲੀ ਕਰਕੇ ਲੈ ਗਏ ਤੇ ਉਹ ਵੀ ਆਪਦੇ 22 ਵਿਧਾਇਕਾਂ ਸਮੇਤ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਗਿਆ ਸੀ। ਤੇ ਉੱਥੇ ਫਿਰ ਉਹਨਾਂ ਦੀ ਗੱਲ ਬਣ ਗਈ। ਮਤਲਬ ਕਿੰਨੀਆਂ ਸਟੇਟਾਂ, ਜਿਨ੍ਹਾਂ ਸਟੇਟਾਂ ਦੇ ਵਿੱਚ ਆਪਾਂ ਭੰਨ ਤੋੜ ਵਾਲੀ ਗੱਲ ਦੇਖੀ ਜੀ। ਜਿੱਥੋਂ ਤੱਕ ਮਹਾਰਾਸ਼ਟਰ ਦਾ ਸਵਾਲ ਹੈ, ਮਹਾਰਾਸ਼ਟਰ ਦੇ ਵਿੱਚ ਇਹ ਦੋਨੇ ਪਾਰਟੀਆਂ ਹਿੰਦੂਤਵ ਦੀਆਂ ਮਦਈ ਹੈ, ਭਾਰਤੀ ਜਨਤਾ ਪਾਰਟੀ ਵੀ ਤੇ ਸ਼ਿਵ ਸੈਨਾ ਵੀ ਜੀ। ਸ਼ਿਵ ਸੈਨਾ ਮੁੱਖ ਰੂਪ ਦੇ ਵਿੱਚ ਦੇਖੀਏ ਤਾਂ ਬਾਲ ਠਾਕਰੇ ਨੇ ਤਿਆਰ ਕੀਤੀ ਸੀ। ਬਾਲ ਠਾਕਰੇ ਦਾ ਭਤੀਜਾ ਰਾਜ ਠਾਕਰੇ ਬੜਾ ਸ਼ਕਤੀਸ਼ਾਲੀ ਬੰਦਾ ਹੁੰਦਾ ਸੀ, ਬੜਾ ਤੇਜ਼ ਤਰਾਰ ਸੀ। ਉਧਵ ਠਾਕਰੇ ਨਹੀਂ ਸੀ ਉਹਨਾਂ ਦੋਨਾਂ ਮੁੰਡਿਆਂ ਨੂੰ ਅੱਗੇ ਲੈ ਜਾਂਦਾ, ਪਰ ਅਲਟੀਮੇਟਲੀ ਪੁੱਤਰ ਮੋਹ ਜਿਹੜਾ ਹੁੰਦਾ ਉਹਨੇ ਉਧਵ ਠਾਕਰੇ ਨੂੰ ਕਮਾਂਡ ਸੰਭਾਲਤੀ ਜੀ। ਬਾਲ ਠਾਕਰੇ ਜਿਉਂਦੇ ਜੀ ਉਹਨੇ ਇਹ ਐਲਾਨ ਕੀਤਾ ਸੀ ਕਿ ਨਾ ਮੈਂ ਤੇ ਨਾ ਮੇਰਾ ਪਰਿਵਾਰਕ ਮੈਂਬਰ ਕੋਈ ਸੱਤਾ 'ਚ ਨਹੀਂ ਆਊਗਾ ਜੀ। ਅਸੀਂ ਮੁੱਖ ਮੰਤਰੀ ਨਹੀਂ ਬਣਾਂਗੇ, ਅਸੀਂ ਪਾਸੇ ਰਹਿ ਕੇ ਆਪਦੀ ਬਸ ਸ਼ਿਵ ਸੈਨਾ ਚਲਾਉਣੀ ਹੈ ਤੇ ਮੁੱਖ ਮੰਤਰੀ ਸਾਡੇ ਹੋਰ ਬਣਨਗੇ, ਬਣਦੇ ਵੀ ਰਹੇ। ਅੱਛਾ ਜੀ। ਇੱਥੇ ਵੀ ਜੇ ਆਪਾਂ ਦੇਖੀਏ ਤਾਂ ਜਿਹੜਾ ਏਕਨਾਥ ਮੁੰਡੇ ਹੁਣ ਜਿਹਨੇ ਬਗਾਵਤ ਏਕਨਾਥ ਸ਼ਿੰਦੇ ਜੀ ਨੇ ਬਗਾਵਤ ਕੀਤੀ ਹੈ। ਪਹਿਲਾਂ ਇਹ ਜਿਹੜਾ ਹੈਗਾ ਕਾਂਗਰਸ ਪਾਰਲੀਮੈਂਟ ਆ ਜਿਹੜਾ ਆਪਣਾ ਅਸੈਂਬਲੀ ਗਰੁੱਪ ਆ ਉਹਦਾ ਲੀਡਰ ਇਹਨੂੰ ਚੁਣਿਆ ਗਿਆ ਸੀ। ਲੇਕਿਨ ਐਨ ਆਖਰੀ ਸਮੇਂ ਦੇ ਉੱਤੇ ਜਦੋਂ ਦੇਖਿਆ ਕਿ ਕਿਹਨੂੰ ਬਣਾਇਆ ਜਾਵੇ ਮੁੱਖ ਮੰਤਰੀ, ਉਹ ਫਿਰ ਕਾਂਗਰਸ ਪਾਰਟੀ ਨੇ ਤੇ NCP ਨੇ ਕਹਿਤਾ ਉਧਵ ਠਾਕਰੇ ਨੂੰ ਵੀ ਜਾਂ ਤਾਂ ਤੂੰ ਆਪ ਬਣ, ਜੇ ਤੂੰ ਬਣੇਗਾ ਤੇਰੇ ਨਾਲ ਸਾਡੀ ਗੱਡੀ ਚੱਲ ਜੂਗੀ। ਉਹਨਾਂ ਨੇ ਉਹ ਪਹਿਲਾਂ ਉਹਨਾਂ ਦਾ ਸਮਝੌਤਾ ਹੁੰਦਾ ਸੀਗਾ ਭਾਰਤੀ ਜਨਤਾ ਪਾਰਟੀ ਨਾਲ ਮਿਲ ਕੇ ਇਕੱਠਿਆਂ ਨੇ ਇਲੈਕਸ਼ਨਾਂ ਲੜੀਆਂ ਸੀ, ਲੇਕਿਨ ਮੁੱਖ ਮੰਤਰੀ ਦੇ ਉਹਦੇ ਨੂੰ ਲੈ ਕੇ ਰੌਲਾ ਪੈ ਗਿਆ ਤੇ ਮੁੱਖ ਮੰਤਰੀ
ਬਣਨ ਵਾਸਤੇ ਜਦੋਂ ਲਾਲਚ ਪੈ ਗਿਆ ਥੋੜ੍ਹਾ ਜਿਹਾ, ਫਿਰ ਕਾਂਗਰਸ ਨੇ ਤੇ NSPA ਵਾਲਿਆਂ ਨੇ ਮਦਦ ਕਰ ਦਿੱਤੀ ਤੇ ਉਹ ਮੁੱਖ ਮੰਤਰੀ ਬਣ ਗਿਆ। 2.5 ਸਾਲਾਂ ਦੀ ਇਹ ਸਰਕਾਰ ਚੱਲੀ ਹੈ ਜੀ। ਹੁਣ 2.5 ਸਾਲਾਂ ਤੋਂ ਬਾਅਦ ਹੁੰਦਾ ਕੀ ਹੈ? ਤੁਸੀਂ ਇਹ ਦੇਖੋ ਕਿ ਇਸ ਵੇਲੇ ਮਹਾਰਾਸ਼ਟਰ ਦੇ 2 ਮੰਤਰੀ ਅੰਦਰ ਹੈ, ਔਰ ਉਹ ਅੰਦਰ ਕਾਹਦੇ 'ਚ ਹੈ? ਉਹਨਾਂ ਦੇ ਖਿਲਾਫ ਜਿਹੜੀ ਤੁਹਾਡੀ ਈਡੀ ਨੇ ਕੇਸ ਬਣਾਏ ਹੋਏ ਹੈ। ਅੱਛਾ ਜੀ। ਇਵੇਂ ਜਿਵੇਂ ਕਈ ਸਾਰੇ ਥਾਵਾਂ ਤੇ ਹੋਰ ਵੀ ਮੰਤਰੀ ਸੰਤਰੀ ਅੰਦਰ ਕੀਤੇ ਹੋਏ ਹੈ ਜੀ। ਈਡੀ, CBI, NIA, ਇਹ 3 ਹਥਿਆਰ ਹੈ ਕੇਂਦਰ ਦੇ ਕੋਲੇ, ਲੇਕਿਨ ਸਭ ਤੋਂ ਖਤਰਨਾਕ ਹਥਿਆਰ ਈਡੀ ਹੈ। ਕਿਸੇ ਬੰਦੇ ਨੂੰ ਕਹਿੰਦੇ ਤੇਰੇ ਕੋਲੇ ਬਾਹਰੋਂ ਪੈਸੇ ਆਏ ਹੈ, ਔਰ ਇੱਥੇ FIR ਦਰਜ ਕਰਨ ਦੀ ਤੁਹਾਨੂੰ ਕੋਈ ਲੋੜ ਨਹੀਂ। ਠੀਕ ਹੈ। ਬਗੈਰ FIR ਦਰਜ ਕੀਤੇ ਤੋਂ ਕਿਸੇ ਵੀ ਮਾਮਲੇ ਦੇ ਵਿੱਚ ਤੁਹਾਨੂੰ ਤਲਬ ਕਰ ਸਕਦੇ। ਤੁਹਾਡੀ ਉਹ ਆ ਕੇ ਜਿਹੜੀ ਹੈਗੀ ਹੈ ਇਨਵੈਸਟੀਗੇਸ਼ਨ, ਇੰਟੈਰੋਗੇਸ਼ਨ ਸ਼ੁਰੂ ਕਰ ਦਿੰਦੇ ਹੈ। ਤੇ ਇੰਟੈਰੋਗੇਸ਼ਨ ਦਾ ਜੇ ਆਪਾਂ ਦੇਖੀਏ ਤਾਂ ਇੰਟੈਰੋਗੇਸ਼ਨ ਦਾ ਪੈਮਾਨਾ ਕੀ ਹੈ? ਇਹ ਪਿਛਲੇ ਦਿਨਾਂ ਦੇ ਵਿੱਚ ਰਾਹੁਲ ਗਾਂਧੀ ਨੂੰ ਕਿਵੇਂ 4-5 ਦਿਨ ਉਹਨਾਂ ਨੇ ਗ੍ਰਿਲ ਕੀਤਾ, 50 ਘੰਟਿਆਂ ਤੋਂ ਵੱਧ। ਤੇ ਅਖੀਰ ਜਦੋਂ ਆਕੜ ਕੇ ਪੈ ਗਿਆ ਵੀ ਯਾਰ ਮੈਨੂੰ ਫੜ ਕੇ ਅੰਦਰ ਕਰਨਾ ਤਾਂ ਅੰਦਰ ਕਰ ਦਿਓ, ਜਿਹੜਾ ਕਰਨਾ ਤੁਸੀਂ ਕਰ ਲਓ, ਮੈਨੂੰ ਜਲੀਲ ਕਿਉਂ ਕਰ ਦਿਓ? ਫਿਰ ਜਾ ਕੇ ਥੋੜ੍ਹੀ ਜਿਹੀ ਉਹਨੂੰ ਰਾਹਤ ਮਿਲੀ ਹੈ। ਸੋ ਇਹ ਸਾਰੇ ਉਹਨਾਂ ਦੇ ਕੋਲੇ ਸਾਧਨ ਸੀ ਤੇ ਇਹਨਾਂ ਸਾਧਨਾਂ ਦੇ ਚੱਲਦਿਆਂ ਉਹਨਾਂ ਨੇ ਮਹਾਰਾਸ਼ਟਰ ਦੇ ਵਿੱਚ ਆਪਣੀ ਜਿਹੜੀ ਸੀਗੀ ਤੇਰੀ ਸ਼ਿਵ ਸੈਨਾ, ਉਹਦੇ ਵਿੱਚ ਉਹਨਾਂ ਨੇ ਇੱਕ ਕਿਸਮ ਦੀ ਫੁੱਟ ਪਵਾਤੀ। ਔਰ ਸ਼ਿਵ ਸੈਨਾ ਦੇ ਕਾਫੀ ਸਾਰੇ ਵਿਧਾਇਕ ਆ ਜਿਹੜੀ ਵੱਡੀ ਬਹੁ ਗਿਣਤੀ, ਉਹ ਇੱਥੋਂ ਪਹਿਲਾਂ ਚਲੇ ਗਏ ਗੁਜਰਾਤ, ਸੂਰਤ ਤੋਂ ਚਲੇ ਗਏ ਫਿਰ ਗੁਹਾਟੀ ਤੋਂ ਆ ਗਏ ਗੋਆ, ਤੇ ਅੱਜ ਉਹ ਉੱਥੇ ਆ ਰਹੇ ਹੈ। ਉਹਨਾਂ ਨੇ ਆ ਕੇ ਜਦੋਂ ਬਗਾਵਤ ਕਰ ਦਿੱਤੀ, ਬਗਾਵਤ ਕਰਨ ਤੋਂ ਬਾਅਦ 16 ਬੰਦਿਆਂ ਨੂੰ ਡਿਸਕੁਆਲੀਫਿਕੇਸ਼ਨ ਦਾ ਨੋਟਿਸ ਦੇ ਦਿੱਤਾ ਡਿਪਟੀ ਸਪੀਕਰ ਨੇ। ਸਪੀਕਰ ਉੱਥੇ ਹੈ ਨਹੀਂਗਾ, ਸਪੀਕਰ ਦੀ ਕੁਰਸੀ ਖਾਲੀ ਹੈ। ਪਾਵਰਾਂ ਜਿਹੜੀਆਂ ਹੈਗੀਆਂ ਸਾਰੀਆਂ ਡਿਪਟੀ ਸਪੀਕਰ ਕੋਲੇ ਹੈ। ਜਦੋਂ 16 ਬੰਦਿਆਂ ਨੂੰ ਡਿਸਕੁਆਲੀਫਿਕੇਸ਼ਨ ਦਾ ਦਲ ਬਦਲੀ ਦਾ ਉਹਨਾਂ ਨੇ ਨੋਟਿਸ ਦੇ ਦਿੱਤਾ ਤੇ ਉਹ ਨਾਲ ਦੀ ਨਾਲ ਸੁਪਰੀਮ ਕੋਰਟ ਚਲੇ ਗਏ। ਹੁਣ ਦੇਖੋ, ਜੇ ਆਮ ਬੰਦਾ ਕੋਈ ਜਾ ਕੇ ਪਟੀਸ਼ਨ ਦਾਇਰ ਕਰਦਾ ਹੈ, ਉਹਨੂੰ ਕਹਿੰਦੇ ਪਹਿਲਾਂ ਤੂੰ ਹਾਈ ਕੋਰਟ ਜਾ, ਸੁਪਰੀਮ ਕੋਰਟ ਵਾਲੀ। ਬਿਲਕੁਲ ਜੀ। ਲੇਕਿਨ ਉੱਥੇ ਐਤਵਾਰ ਦੇ ਦਿਨ ਜਾ ਕੇ ਉਹਨਾਂ ਨੇ ਪਟੀਸ਼ਨ ਦਾਇਰ ਕੀਤੀ ਤੇ ਸੁਪਰੀਮ ਕੋਰਟ ਨੇ ਕਹਿਤਾ ਆ ਜਾਓ ਜੀ, ਤੁਹਾਡੀ ਅਸੀਂ ਇੰਟਰਟੇਨ ਕਰਦੇ ਹਾਂ। ਇੰਟਰਟੇਨ ਕਰ ਲਈ। ਇੰਟਰਟੇਨ ਕਰਕੇ ਸੁਪਰੀਮ ਕੋਰਟ ਨੇ ਫਿਰ ਕੀ ਕਿਹਾ? ਸੁਪਰੀਮ ਕੋਰਟ ਨੇ ਕਿਹਾ ਜੀ ਤੁਸੀਂ ਐਂ ਕਰੋ, ਜਦੋਂ ਛੁੱਟੀਆਂ ਤੋਂ ਬਾਅਦ ਅਦਾਲਤਾਂ ਖੁੱਲ੍ਹਣਗੀਆਂ 11 ਜੁਲਾਈ ਤੱਕ ਦਾ ਨੋਟਿਸ ਦਿੱਤਾ ਕਿ 11 ਜੁਲਾਈ ਤੱਕ ਜਿਹੜੀ ਹੈ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਨਾ ਕਰੇ ਸਪੀਕਰ। 5 ਦਿਨਾਂ ਦੇ ਵਿੱਚ ਡਿਪਟੀ ਸਪੀਕਰ ਆਪਣਾ ਜਵਾਬ ਪੇਸ਼ ਕਰੇ। ਇਹਨਾਂ ਬੰਦਿਆਂ ਦੀ ਪੂਰੀ ਤਰ੍ਹਾਂ ਰਾਖੀ ਕੀਤੀ ਜਾਵੇ, ਇਹਨਾਂ ਦੇ ਪਰਿਵਾਰਾਂ ਦੀ ਰਾਖੀ ਕੀਤੀ ਜਾਵੇ। ਸਭ ਨੂੰ ਨੋਟਿਸ ਕੱਢਤਾ। ਜਿਹੜਾ ਸ਼ਿਵ ਸੈਨਾ ਦਾ ਵਕੀਲ ਸੀ ਉਹਨੇ ਡਿਮਾਂਡ ਕੀਤੀ, ਮਨੂ ਸਿੰਘਵੀ ਨੇ, ਉਹਨੇ ਕਿਹਾ ਜੀ ਵੀ ਜੇ ਤੁਸੀਂ ਇੱਧਰ ਸਟੇ ਕਰਦੇ ਹੋ ਤਾਂ ਫਿਰ ਤੁਸੀਂ ਇਸ ਗੱਲ 'ਤੇ ਵੀ ਸਟੇ ਕਰ ਦਿਓ ਵੀ ਕਨਫੀਡੈਂਸ ਮੋਸ਼ਨ ਹੈ ਜਿਹੜਾ ਉਹ ਵੀ ਉਨੀ ਦੇਰ ਤੱਕ ਨਾ ਲਿਆ ਜਾਵੇ, ਜਿਹੜਾ ਫਲੋਰ ਦੇ ਉੱਤੇ ਟੈਸਟ ਹੋਣਾ ਉਹ ਵੀ 11 ਜੁਲਾਈ ਤੱਕ ਨਾ ਹੋਵੇ। ਸੁਪਰੀਮ ਕੋਰਟ ਵਾਲੇ ਕਹਿੰਦੇ ਕੋਈ ਗੱਲ ਨਹੀਂ, ਜੱਜ ਸਾਹਿਬਾਨ ਕਹਿੰਦੇ ਜਦੋਂ ਇਹ ਮਾਮਲਾ ਰੇਜ਼ ਹੋਊਗਾ ਉਦੋਂ ਆ ਜਾਓ। ਅੱਛਾ ਜੀ। ਹੁਣ ਜਿਹੜੇ ਉੱਥੋਂ ਦੇ ਗਵਰਨਰ ਸਾਹਿਬ ਹੈ ਉਹ ਪਏ ਸੀ ਬਿਮਾਰ, ਕਹਿੰਦੇ ਜੀ ਕਰੋਨਾ ਹੋ ਗਿਆ, ਹਸਪੀਟਲ 'ਚ ਐਡਮਿਟ ਸੀ। ਉੱਪਰੋਂ ਮੇਰਾ ਖਿਆਲ ਹੁਕਮ ਆ ਗਿਆ ਤੇ ਨੈਗੇਟਿਵ ਵੀ ਹੋ ਗਈ, ਤੇ ਨੈਗੇਟਿਵ ਹੋ ਕੇ ਬਹਿ ਗਏ ਕਿਉਂਕਿ ਕੁਰਸੀ 'ਤੇ ਲਿਆ। ਉਹ ਵੀ ਕੀ ਹੈ, ਦੇਵੇਂਦਰ ਫੜਨਵੀਸ ਜਾਂਦਾ, ਉਹ ਜਾ ਕੇ ਐਪਲੀਕੇਸ਼ਨ ਦਿੰਦਾ, ਕਹਿੰਦਾ ਜੀ ਆ ਲਓ, ਕਹੋ ਉਧਵ ਠਾਕਰੇ ਨੂੰ, ਮੁੱਖ ਮੰਤਰੀ ਨੂੰ, ਕਿ ਉਹਦੇ ਕੋਲੇ ਤਾਂ ਬਹੁਮਤ ਨਹੀਂ ਰਿਹਾ ਤੇ ਉਹ ਆਪਣਾ ਬਹੁਮਤ ਸਾਬਤ ਕਰੇ। ਤੇ ਨਾਲ ਦੀ ਨਾਲ ਹੀ ਉਹਨਾਂ ਨੇ ਨੋਟਿਸ ਦਿੱਤਾ ਅੱਜ ਸ਼ਾਮ ਦੇ 5 ਵਜੇ ਤੱਕ ਕਿ ਅੱਜ 5 ਵਜੇ ਤੱਕ ਤੁਸੀਂ ਆਪਣਾ ਬਹੁਮਤ ਸਾਬਤ ਕਰੋ। ਹੁਣ ਨਵਾਂ ਮਾਮਲਾ ਖੜਾ ਹੋ ਗਿਆ। ਕੱਲ ਉਧਵ ਠਾਕਰੇ ਦੀ ਜਿਹੜੀ ਧਿਰ ਹੈਗੀ ਉਹ ਫਿਰ ਚਲੀ ਗਈ ਸੁਪਰੀਮ ਕੋਰਟ ਕਿ ਆ ਦੇਖੋ ਜੀ ਉਹਨਾਂ ਨੇ ਤਾਂ ਸਾਨੂੰ ਨੋਟਿਸ ਦੇ ਦਿੱਤਾ ਹੈ। ਸੁਪਰੀਮ ਕੋਰਟ ਕਹਿੰਦੇ ਸ਼ਾਮ ਨੂੰ 5 ਵਜੇ ਹੀ ਸੁਣ ਲੈਣੀ ਹੈ, ਤੇ 5 ਵਜੇ ਸੁਣ ਲਿਆ। ਜਦੋਂ 5 ਵਜੇ ਉਹਨਾਂ ਨੇ ਸੁਣਵਾਈ ਸ਼ੁਰੂ ਕਰਤੀ, ਉਹ ਤੋਂ ਪਹਿਲਾਂ ਹੀ ਸਿਗਨਲ ਮਿਲਣੇ ਸ਼ੁਰੂ ਹੋ ਗਏ ਸੀ ਕਿ ਸੁਪਰੀਮ ਕੋਰਟ ਨੇ ਇਹਨੂੰ ਨਹੀਂ ਰੋਕਣਾ ਔਰ ਇਹ ਫਲੋਰ ਟੈਸਟ ਹੋਊਗਾ ਹੀ ਹੋਊਗਾ ਜੀ। ਹੁਣ ਹਾਲਾਤ ਇਸ ਕਿਸਮ ਦੇ ਪੈਦਾ ਕਰ ਦਿੱਤੇ ਕਿ ਜੇ ਤਾਂ ਬਾਗੀ ਧੜਾ ਕੋਈ ਗੜਬੜ ਕਰਦਾ ਹੈ ਉਹਦਾ ਨੋਟਿਸ ਨਹੀਂ ਲਿਆ ਜਾਂਦਾ, ਤੇ ਜੇ ਇੱਧਰਲੇ ਪਾਸਿਓਂ ਕੋਈ ਬਚਾਅ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹਦਾ ਨੋਟਿਸ ਲੈ ਕੇ ਤੇ ਉੱਥੇ ਸਾਰਾ ਕੁਛ ਇਹ ਕੀਤਾ ਕਰਾਇਆ ਜਾਂਦਾ। ਵਿਨੋਦ ਕਾਪੜੀ ਇੱਕ ਵੱਡਾ ਜਿਹੜਾ ਹੈਗਾ ਚਿੰਤਕ ਹੈ, ਮੈਂ ਉਹਦਾ ਟਵੀਟ ਪੜ੍ਹ ਰਿਹਾ ਸੀ ਤੇ ਉਹਨੇ ਆਪਦੇ ਟਵੀਟ ਦੇ ਵਿੱਚ ਲਿਖਿਆ ਕਿ ਹੁਣ ਸੁਪਰੀਮ ਕੋਰਟ ਨੂੰ ਵੀ ਆਪਦੇ ਭਵਿੱਖ ਬਾਰੇ ਸੋਚਣਾ ਪਊਗਾ। ਅੱਛਾ ਜੀ। ਕਿ ਸੁਪਰੀਮ ਕੋਰਟ ਦੀ ਸਥਿਤੀ ਕੀ ਹੋ, ਕਿਉਂਕਿ ਜੇ ਸੁਪਰੀਮ ਕੋਰਟ ਨੇ ਇੱਕ ਵੱਡੀ ਧਿਰ ਦੇ ਜਾਂ ਹਾਕਮਾਂ ਦੀ ਇੱਛਾ ਦੇ ਮੁਤਾਬਕ ਹੀ ਚੱਲਣਾ ਹੁੰਦਾ ਹੈ ਜੀ, ਤਾਂ ਫਿਰ ਇਹਦਾ ਮਤਲਬ ਹੈ ਵੀ ਉਹ ਹੋਂਦ ਲਈ ਵੀ ਇੱਕ ਗੰਭੀਰ ਖਤਰਾ ਖੜਾ ਹੋ ਸਕਦਾ ਹੈ। ਬਿਲਕੁਲ। ਸੋ ਇਹ ਜਿਹੜਾ ਹੁਣ ਉਧਵ ਠਾਕਰੇ ਨੇ ਰਿਜ਼ਾਈਨ ਕੀਤਾ ਹੈ ਬਹੁਮਤ ਸਾਬਤ ਕਰਨ ਤੋਂ ਪਹਿਲਾਂ ਹੀ, ਉਹਨੂੰ ਪਤਾ ਲੱਗ ਗਿਆ ਸੀ ਕਿ ਜਦੋਂ ਸਾਰੇ ਪਾਸੇ ਈਡੀ IB ਵਗੈਰਾ ਇਹਨਾਂ ਨੇ ਸਾਰਿਆਂ ਨੇ ਮਿਲ ਕੇ ਉਹਦੇ ਰਾਹੀਂ ਤਾਂ ਸਾਰਾ ਰਾਜ ਪਲਟਿਆ ਹੋਇਆ, ਤੇ ਹੁਣ ਬੇਇੱਜ਼ਤੀ ਕਰਾਉਣ ਦਾ ਫਾਇਦਾ ਕੀ ਹੈ। ਉਹਨੇ ਉੱਥੇ ਹੀ ਕਹਿਤਾ ਲਓ ਜੀ 2.5 ਸਾਲ ਹੋ ਗਏ। ਉਹਨੇ ਅਸਤੀਫਾ ਦਿੱਤਾ ਮੁੱਖ ਮੰਤਰੀ ਦੇ ਉਹਦੇ ਤੋਂ ਵੀ ਜੀ। ਉਹ MLC ਵੀ ਸੀ, ਮੈਂਬਰ ਲੈਜਿਸਲੇਟਿਵ ਕੌਂਸਲ, ਉੱਥੋਂ ਵੀ ਅਸਤੀਫਾ ਦਿੱਤਾ।
ਤੇ ਲੋਕਾਂ ਦਾ ਧੰਨਵਾਦ ਕੀਤਾ ਕਿ 2.5 ਸਾਲ ਹੋ ਗਏ ਭਾਈ ਤੁਸੀਂ ਮੈਨੂੰ ਕੋਆਪਰੇਟ ਕੀਤਾ ਤੇ ਮੈਂ ਆਪਦੇ ਘਰ ਨੂੰ ਚੱਲਿਆ। ਠੀਕ ਹੈ ਜੀ। ਅੱਜ ਮੇਰੇ ਖਿਆਲ ਫੜਨਵੀਸ ਨੇ ਆਪਣਾ ਦਾਅਵਾ ਪੇਸ਼ ਕਰਤਾ ਹੋਣਾ ਤੇ ਸ਼ਾਮ ਤੱਕ ਲੱਗਦਾ ਵੀ ਦੇਰ ਸ਼ਾਮ ਤੱਕ ਉਹਨੇ ਸਹੁੰ ਚੁੱਕੀ ਲੈਣੀ ਹੈ ਮੁੱਖ ਮੰਤਰੀ ਦੀ। ਅਗਾਂਹ ਉਹਨਾਂ ਦੇ ਕੋਲ ਬਹੁਮਤ ਹੈਗਾ। ਅੱਗੇ ਵੇਖਦੇ ਵੀ ਅਗਾਂਹ ਫਿਰ ਇਹਦਾ ਬਣਦਾ ਕੀ ਹੈ ਮਹਾਰਾਸ਼ਟਰ ਦਾ। ਹਾਲਾਂਕਿ ਉद्धਵ ਠਾਕਰੇ ਨੇ ਸ਼ਿਵ ਸੈਨਿਕਾਂ ਨੂੰ ਇਹ ਬੇਨਤੀ ਕੀਤੀ ਹੈ ਕਿ ਉਹ ਪੀਸਫੁਲ ਰਹਿਣ, ਸ਼ਾਂਤ ਰਹਿਣ, ਕਿਸੇ ਕਿਸਮ ਦੀ ਗੜਬੜ ਨਾ ਕਰਨ। ਲੇਕਿਨ ਜਿਸ ਕਿਸਮ ਦਾ ਸੁਭਾਅ ਹੈ ਸ਼ਿਵ ਸੈਨਾ ਦਾ ਤੇ ਸ਼ਿਵ ਸੈਨਿਕਾਂ ਦਾ, ਉਹਦੇ ਤੋਂ ਮੈਨੂੰ ਨਹੀਂ ਲੱਗਦੀ ਕੋਈ ਮਹਾਰਾਸ਼ਟਰ ਦੀ ਖੈਰ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਹਾਲਾਤ ਬੇਕਾਬੂ ਵੀ ਹੋ ਸਕਦੇ ਆ, ਖਦਸ਼ਾ ਬਰਕਰਾਰ ਹੈ। ਜੀ ਜੀ ਬਿਲਕੁਲ ਜੀ। ਸੋ ਇਹ ਖਦਸ਼ਾ ਬਰਕਰਾਰ ਹੈ। ਹਾਲਾਂਕਿ ਅਸੀਂ ਆਸ ਰੱਖਾਂਗੇ ਕਿ ਹਾਲਾਤ ਕਾਬੂ ਦੇ ਵਿੱਚ ਹੀ ਰਹਿਣ ਅਤੇ ਲੋਕਤੰਤਰਿਕ ਪ੍ਰਕਿਰਿਆ ਦੇ ਅਨੁਸਾਰ ਹੀ ਜਿਹੜੇ ਸਭ ਗਤੀਵਿਧੀਆਂ ਅੱਗੇ ਵਧਣ। ਅਤੇ ਇਸ ਤੋਂ ਅੱਗੇ ਹੁਣ ਜਿਹੜੀ ਆਪਾਂ ਅਗਲੀ ਖਬਰ ਲੈਣੀ ਚਾਹਾਂਗੇ ਜੀ, ਉਹ ਹੈ ਜੀ ਪਿਛਲੇ ਦਿਨੀਂ ਰਾਜਸਥਾਨ ਦੇ ਵਿੱਚ ਇੱਕ ਬੇਹੱਦ ਮੰਦਭਾਗੀ ਘਟਨਾ ਹੋਈ ਸੀ, ਉਦੈਪੁਰ ਹੱਤਿਆ ਕਾਂਡ। ਅਤੇ ਇਸ ਹੱਤਿਆ ਕਾਂਡ ਦੀ ਹੁਣ ਜਾਂਚ ਜਿਹੜੀ ਕੇਂਦਰ ਵੱਲੋਂ NIA ਨੂੰ ਸੌਂਪ ਦਿੱਤੀ ਗਈ ਹੈ, ਕਿਉਂਕਿ ਇਹਦੇ ਵਿਦੇਸ਼ਾਂ ਅਤੇ ਖਾਸ ਕਰ ਪਾਕਿਸਤਾਨ ਦੇ ਨਾਲ ਵੀ ਇਹਦੇ ਦੱਸੇ ਜਾ ਰਹੇ ਸਨ ਕਿ ਤਾਰ ਜੁੜਨੇ ਸ਼ੁਰੂ ਹੋ ਗਏ ਨੇ। ਸੋ ਇਹ ਬਹੁਤ ਹੀ ਇੱਕ ਮੰਦਭਾਗਾ ਜਿਹੜਾ ਹੈ ਕਾਂਡ ਸੀਗਾ। ਸੋ ਇਸ ਬਾਰੇ ਕੀ ਕਹੋਗੇ ਜੀ? ਦੇਖੋ, ਗੱਲ ਹੈ ਕਿ ਜਦੋਂ ਕੋਈ ਇਸ ਕਿਸਮ ਦੀ ਮੰਦਭਾਗੀ ਘਟਨਾ ਵਾਪਰਦੀ ਹੈ ਤੇ ਸਾਡਾ ਇੱਕ ਸੁਭਾਅ ਇਹੋ ਜਿਹਾ ਬਣਿਆ ਹੋਇਆ, ਆਦਤ ਬਣੀ ਹੋਈ, ਅਸੀਂ ਕਹਿੰਦੇ ਜੀ ਬਹੁਤ ਮਾੜਾ ਹੋਇਆ, ਬਹੁਤ ਮਾੜਾ ਹੋਇਆ ਜੀ। ਲੇਕਿਨ ਅਸੀਂ ਉਹਦੇ ਕਾਰਨਾਂ ਦੇ ਪਿੱਛੇ ਨਹੀਂ ਜਾਂਦੇ ਕਿ ਇਹ ਸਾਰਾ ਕੁਝ ਕਿਉਂ ਹੋਇਆ, ਇਹ ਆਪ ਮੁਹਾਰੇ ਹੋ ਰਿਹਾ ਜਾਂ ਇਹ ਕਰਵਾਇਆ ਜਾ ਰਿਹਾ ਜੀ। ਦੇਖਣ ਵਾਲੀ ਗੱਲ ਇਹ ਹੈ, ਭਾਰਤੀ ਜਨਤਾ ਪਾਰਟੀ ਹਕੂਮਤ ਦੇ ਵਿੱਚ ਆਉਂਦੀ ਹੈ ਤੇ ਸਭ ਤੋਂ ਪਹਿਲੀ ਇਨਸੀਡੈਂਟ ਵਾਪਰਦੀ ਹੈ ਅਖਲਾਕ ਵਾਲੀ ਜੀ। ਉੱਤਰ ਪ੍ਰਦੇਸ਼ ਦੇ ਵਿੱਚ ਅਖਲਾਕ ਨਾਂ ਦਾ ਇੱਕ ਵਿਅਕਤੀ ਹੈ, ਇੱਕ ਪਿੰਡ ਦੇ ਵਿੱਚ ਰਹਿੰਦਾ ਹੈ। ਪਿੰਡ ਦੇ ਮੰਦਿਰ ਦੇ ਵਿੱਚ ਅਨਾਊਂਸਮੈਂਟ ਹੁੰਦੀ ਹੈ ਕਿ ਅਖਲਾਕ ਦੇ ਫਰਿੱਜ ਦੇ ਵਿੱਚ ਬੀਫ ਪਿਆ ਹੈ, ਭਾਵ ਗਾਂ ਦਾ ਮਾਸ ਪਿਆ ਹੈ ਜੀ, ਆਓ। ਤੇ ਇੱਕ ਮੌਬ ਜਾ ਕੇ ਉਹਦੇ ਘਰ ਦੇ ਉੱਤੇ ਹਮਲਾ ਕਰ ਦਿੰਦਾ ਹੈ। ਬੜੀ ਬੇਦਰਦੀ ਦੇ ਨਾਲ ਉੱਤੇ ਕੁਟਾਪਾ ਚੜ੍ਹਦਾ, ਉਹਦੇ ਪਰਿਵਾਰਕ ਮੈਂਬਰਾਂ 'ਤੇ ਕੁਟਾਪਾ ਚੜ੍ਹਦਾ ਹੈ। ਉਹਦੀ ਮੌਤ ਹੋ ਜਾਂਦੀ ਹੈ ਕੁਛ ਦਿਨ ਹਸਪਤਾਲ 'ਚ ਰਹਿਣ ਤੋਂ ਬਾਅਦ, ਤੇ ਉਹਦੇ ਜਿਹੜੇ ਪਰਿਵਾਰ ਦੇ ਲੋਕ ਜ਼ਖਮੀ ਹੋ ਜਾਂਦੇ ਹੈ। ਉਹਦਾ ਇੱਕ ਬੇਟਾ ਏਅਰ ਫੋਰਸ ਦੇ ਵਿੱਚ ਸੀ ਤੇ ਬਾਅਦ ਦੇ ਵਿੱਚ ਏਅਰ ਫੋਰਸ ਨੇ ਉਹਨਾਂ ਨੂੰ ਪ੍ਰੋਟੈਕਸ਼ਨ ਦਿੱਤੀ। ਉਹ ਆਪਣੀ ਜਿਹੜੀ ਇੱਕ ਸਰਕਾਰੀ ਉਹਨਾਂ ਦੀ ਰਿਹਾਇਸ਼ ਸੀ ਉੱਥੇ ਉਹਨਾਂ ਨੂੰ ਲੈ ਗਏ ਸੀ। ਬਾਕੀ ਪਰਿਵਾਰ ਇਸ ਕਰਕੇ ਥੋੜ੍ਹਾ ਜਿਹਾ ਬਚ ਗਿਆ ਸੀ। ਠੀਕ ਹੈ ਜੀ। ਉਸ ਤੋਂ ਬਾਅਦ ਜਿਹੜਾ ਉਹ ਮੀਟ ਬਰਾਮਦ ਹੋਇਆ, ਮਾਸ ਬਰਾਮਦ ਹੋਇਆ, ਉਹਦਾ ਪਤਾ ਕੀਤਾ ਗਿਆ। ਪਹਿਲੀ ਰਿਪੋਰਟ ਆ ਗਈ ਕਿ ਇਹ ਗਾਂ ਦਾ ਮਾਸ ਨਹੀਂ, ਇਹ ਬੀਫ ਨਹੀਂ, ਇਹ ਮੱਝ ਦਾ ਮਾਸ ਹੈ। ਠੀਕ ਹੈ ਜੀ। ਫਿਰ ਦਖਲਅੰਦਾਜ਼ੀ ਹੋਈ ਤੇ ਮੁੜ ਕੇ ਇਹ ਰਿਜ਼ਲਟ ਵੀ ਆ ਗਿਆ ਕਿ ਨਹੀਂ 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 ਨਹੀਂ, ਇਹ ਤਾਂ ਬੀਫ ਹੀ ਹੈ, ਗਊ ਦਾ ਮਾਸ ਹੀ ਹੈ। ਉੱਥੋਂ ਗੱਲ ਹੁੰਦੀ ਹੈ, ਚਲੋ ਚੱਲਿਆ, ਮੁਕੱਦਮਾ ਚੱਲਿਆ, ਬੰਦੇ ਕੁਛ ਫੜੇ ਗਏ, ਸਾਰੇ ਦੇਸ਼ ਦੇ ਵਿੱਚ ਹਾਹਾਕਾਰ ਹੋ ਗਈ ਸੀ। ਤੇ ਬਾਅਦ ਦੇ ਵਿੱਚ ਉਹਨਾਂ ਬੰਦਿਆਂ ਦੀ ਜ਼ਮਾਨਤ ਹੋ ਜਾਂਦੀ ਹੈ ਜਿਨ੍ਹਾਂ ਨੇ ਇਹ ਸਾਰਾ ਕੁਛ ਕੀਤਾ ਸੀ। ਅੱਛਾ ਜੀ। ਜ਼ਮਾਨਤ ਤੋਂ ਬਾਅਦ ਇੱਕ ਕੇਂਦਰੀ ਵਜ਼ੀਰ ਉਹਨਾਂ ਦੇ ਘਰ ਜਾਂਦਾ ਤੇ ਉਹਨਾਂ ਨੂੰ ਹਾਰ ਪਾ ਕੇ ਉਹਨਾਂ ਦਾ ਸਵਾਗਤ ਕਰਦਾ ਹੈ। ਫਿਰ ਕੋਈ ਚੋਣ ਆਉਂਦੀ ਹੈ, ਉਸ ਚੋਣ ਦੇ ਸੰਬੰਧ ਵਿੱਚ ਇੱਕ ਜਲਸਾ ਹੁੰਦਾ ਹੈ ਤੇ ਉਸ ਜਲਸੇ ਨੂੰ ਐਡਰੈਸ ਕਰਨ ਵਾਸਤੇ ਮਹਾਮਹਿਮ ਆਉਂਦੇ ਹੈ। ਅੱਛਾ ਜੀ, ਸਮਝ ਗਏ ਤੁਸੀਂ। ਤੇ ਮਹਾਮਹਿਮ ਜਦੋਂ ਆਏ ਤੇ ਉਹ ਜਿਨ੍ਹਾਂ ਬੰਦਿਆਂ ਨੇ ਅਖਲਾਕ ਨੂੰ ਮਾਰਿਆ ਸੀ ਉਹਨਾਂ ਨੂੰ ਮੂਹਰਲੀ ਕਤਾਰ ਦੇ ਵਿੱਚ ਬਿਠਾਇਆ ਸੀ ਕਿ ਇਹ VVIP ਹੈ। ਇਸ ਕਿਸਮ ਦਾ ਜਦੋਂ ਤੁਸੀਂ ਬੰਦਿਆਂ ਨੂੰ ਉਤਸ਼ਾਹ ਦਿਓਗੇ ਤਾਂ ਫਿਰ ਹੋਊਗਾ ਕੀ ਜੀ। ਇੱਦਾਂ ਹੀ ਤੁਸੀਂ ਦੇਖੋ, ਪਹਿਲੂ ਖਾਨ ਨਾਂ ਦਾ ਇੱਕ ਬੰਦਾ, ਇੱਕੋ ਵਿਚਾਰਾ ਮਤਲਬ ਆਪਦੀ ਘਰ ਵਾਸਤੇ, ਦੁੱਧ ਵਾਸਤੇ, ਗਾਂ ਜਾਂ ਕੋਈ ਵਾਹੀ ਵਾਸਤੇ ਬਲਦ ਵਗੈਰਾ ਲੈ ਕੇ ਆ ਰਿਹਾ ਸੀ ਔਰ CEO ਹਰਿਆਣੇ ਦਾ ਤੇ ਰਾਜਸਥਾਨ ਦੇ ਵਿੱਚ ਉਸ ਬੰਦੇ ਨੂੰ ਘੇਰਿਆ ਤੇ ਰਾਜਸਥਾਨ 'ਚ ਘੇਰ ਕੇ ਉਹਦਾ ਇੰਨਾ ਜ਼ਿਆਦਾ ਕੁੱਟਾਪਾ ਕੀਤਾ ਸੀ, ਮੌਤ ਉਹਦੀ ਵੀ ਹੋ ਗਈ ਸੀ। ਫਿਰ ਮੈਂ ਤੁਹਾਡੇ ਯਾਦ ਕਰਾਉਣਾ ਪੂਨੇ ਦੀ ਘਟਨਾ ਗੁਜਰਾਤ ਦੇ ਵਿੱਚ ਇੱਕ ਗਾਂ ਮਰ ਗਈ ਜੀ ਔਰ ਜਿਹੜੇ ਲੋਕ ਗਊਆਂ ਦਾ ਨੂੰ ਨਿਪਟਾਉਣ ਜਾਣਦੇ, ਉਹਨਾਂ ਦੀ ਖੱਲ ਵਗੈਰਾ ਲਾ ਲੈਂਦੇ ਹੈ, ਉਹਨਾਂ ਨੂੰ ਅਪਰੋਚ ਕੀਤਾ ਮਾਲਕ ਨੇ। ਉਹ ਦਲਿਤ ਮੁੰਡੇ ਆ ਗਏ ਤੇ ਉਹਨਾਂ ਨੇ ਆ ਕੇ ਜੀ ਉਹਦੀ ਜਿਹੜੀ ਖੱਲ ਲਾਉਣੀ ਸ਼ੁਰੂ ਕਰ ਦਿੱਤੀ। ਭਗਵਾਂ ਬ੍ਰਿਗੇਡ ਦੇ ਲੋਕ ਆ ਗਏ, ਉਹਨਾਂ ਨੇ ਆ ਕੇ ਉਹਨਾਂ 'ਤੇ ਕੁਟਾਪਾ ਚਾੜਤਾ, ਫੜਿਆ, ਕੁਟਾਪਾ ਹੀ ਨਹੀਂ ਚਾੜਿਆ ਸਿਰਫ, ਫਿਰ ਉਹਨਾਂ ਨੂੰ ਜੀਪ ਦੇ ਮਗਰ ਪਾ ਕੇ ਘਸੀਟਿਆ ਸੀ ਔਰ ਸਾਰੀ ਦੁਨੀਆ ਦੇ ਵਿੱਚ ਉਹਦੀ ਹਾਹਾਕਾਰ ਮਚ ਗਈ ਸੀ। ਬਿਲਕੁਲ ਜੀ। ਪਰ ਉਦੋਂ ਵੀ ਇਹੀ ਗੱਲ ਕੀ ਕਿ ਮਾੜਾ ਹੋਇਆ, ਮਾੜਾ ਹੋਇਆ। ਅਸੀਂ ਇਹ ਜਾਣਦੇ ਹਾਂ ਕਿ ਮੁਸਲਿਮ ਸਮਾਜ ਹੈ ਉਹ ਕੰਪੈਰੇਟਿਵਲੀ ਜ਼ਿਆਦਾ ਕੱਟੜ ਹੈ ਆਪਣੇ ਧਰਮ ਦੇ ਮਾਮਲੇ 'ਚ ਜੀ। ਸਭ ਤੋਂ ਲਿਬਰਲ ਧਰਮ ਜੇ ਆਪਾਂ ਕਿਸੇ ਨੂੰ ਕਹੀਏ, ਜੋ ਕਿਸੇ ਨੂੰ ਵੀ ਕਹਿ ਲਈਏ, ਤਾਂ ਮੈਂ ਸਮਝਦਾ ਸਭ ਤੋਂ ਲਿਬਰਲ ਧਰਮ ਸਾਡਾ ਹੈ ਜੀ। ਵੈਸੇ ਕੁੱਲ ਮਿਲਾ ਕੇ ਦੇਖੀਏ ਭਾਰਤੀਆਂ ਦਾ, ਤੇ ਭਾਰਤੀਆਂ ਦੇ ਵਿੱਚੋਂ ਦੇਖੀਏ ਤਾਂ ਆਪਾਂ ਸਿੱਖਾਂ ਦਾ ਹੈ। ਸਿੱਖ ਕਦੇ ਵੀ ਜਿਹੜਾ ਹੈਗਾ ਉਹ ਆਪਦੇ ਧਰਮ ਦੀ ਗੱਲ ਕਰਦੇ ਆ, ਲੇਕਿਨ ਇੱਕਾ ਦੁੱਕਾ ਘਟਨਾਵਾਂ ਭਾਵੇਂ ਜ਼ਰੂਰ ਹੋ ਜਾਣ, ਪਰ ਮੂਲ ਜੇ ਆਪਾਂ ਸਮੁੱਚਤਾ ਦੇ ਵਿੱਚ ਦੇਖੀਏ ਤੇ ਸਿੱਖਾਂ ਦੇ ਨਾਲ ਦਾ ਸੈਕੂਲਰ ਕੋਈ ਨਹੀਂ। ਬਿਲਕੁਲ। ਮੈਂ ਪੰਜਾਬ ਦਾ ਉਹ ਕਾਲਾ ਦੌਰ ਵੀ ਦੇਖਿਆ ਜਦੋਂ ਕਾਲੇ ਦੌਰ ਦੇ ਵਿੱਚ ਇੱਥੇ ਗੜਬੜ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਦੋਵਾਂ ਧਿਰਾਂ ਵੱਲੋਂ। ਇੱਥੇ ਜਿਹੜੀ ਹੈ ਬਹੁ ਗਿਣਤੀ ਹੋਣ ਦੇ ਬਾਵਜੂਦ ਸਿੱਖਾਂ ਨੇ ਪਿੰਡਾਂ ਦੇ ਵਿੱਚ ਹਿੰਦੂਆਂ ਨੂੰ ਪ੍ਰੋਟੈਕਟ ਕੀਤਾ ਸੀ। ਠੀਕ ਹੈ ਜੀ। ਜਿਸ ਵੇਲੇ ਇੰਦਰਾ ਗਾਂਧੀ ਦਾ ਕਤਲ ਹੋਇਆ,
ਇਹ ਠੀਕ ਹੈ 3000 ਦੇ ਕਰੀਬ ਸਿੱਖ ਦਿੱਲੀ ਦੇ ਵਿੱਚ ਜਿਹੜੇ ਆ ਉਹ ਉਹਨਾਂ ਨੂੰ ਖਤਮ ਕਰਤਾ ਸੀ, ਮਾਰ ਦਿੱਤਾ ਸੀ, ਜਿਹਨੂੰ ਸਿੱਖ ਕਤਲੇਆਮ ਵੀ ਕਿਹਾ ਜਾਂਦਾ। ਪਰ ਫਿਰ ਵੀ ਉੱਥੇ ਵੀ ਕੁਝ ਹਿੰਦੂ ਪਰਿਵਾਰਾਂ ਨੇ ਸਿੱਖਾਂ ਨੂੰ ਪਨਾਹ ਦਿੱਤੀ ਸੀ, ਉਹਨਾਂ ਨੂੰ ਬਚਾਇਆ ਸੀ। ਬਿਲਕੁਲ। ਪਰ ਜੇ ਆਪਾਂ ਮੁਸਲਮਾਨਾਂ ਦੀ ਗੱਲ ਦੇਖੀ ਤਾਂ ਮੁਸਲਮਾਨ ਜਿਹੜੇ ਹੈਗੇ ਆ ਉਹ ਪੈਗੰਬਰ ਸਾਹਿਬ ਦੇ ਬਾਰੇ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਹੁੰਦੇ। ਮੁਹੰਮਦ ਪੈਗੰਬਰ ਦੇ ਬਾਰੇ ਇੱਕ ਤੁਹਾਡੇ ਯਾਦ ਹੋਣਾ ਹੈ ਕਾਰਟੂਨ ਬਣਿਆ ਸੀ। ਬਿਲਕੁਲ। ਔਰ ਉਸ ਕਾਰਟੂਨ ਦੇ ਉੱਤੇ ਫਰਾਂਸੀਸੀ ਕਿਸੇ ਕਲਾਕਾਰ ਨੇ ਉਹ ਕਾਰਟੂਨ ਬਣਾਇਆ ਸੀ ਤੇ ਉਹ ਕਾਰਟੂਨ ਕਿਸੇ ਅਖਬਾਰ ਦੇ ਵਿੱਚ ਛਪ ਗਿਆ ਸੀ ਤੇ ਉਹ ਤੋਂ ਬਾਅਦ ਫਿਰ ਜਿਹੜੇ ਹਮਲੇ ਹੋ ਕੇ ਤੇ ਉਹਨਾਂ ਅਖਬਾਰਾਂ ਵਾਲਿਆਂ ਦੀ ਹਾਲਤ ਕੀ ਹੋਈ ਸੀਗੀ ਆਪਾਂ ਚੰਗੀ ਤਰ੍ਹਾਂ ਜਾਣਦੇ ਹਾਂ। ਬਿਲਕੁਲ ਜੀ। ਇਵੇਂ ਜਿਵੇਂ ਨੂਪੁਰ ਸ਼ਰਮਾ ਜਿਹੜੀ ਹੈਗੀ ਹੈ ਉਹ ਬੀਜੇਪੀ ਦੀ ਸਪੋਕਸਪਰਸਨ ਹੁੰਦੀ ਇੱਕ ਬੀਬੀ ਜੀ, ਉਹਨੇ ਇੱਕ ਟੀਵੀ ਡਿਬੇਟ ਦੇ ਉੱਤੇ ਜੂਨ ਮਹੀਨੇ ਦੇ ਮੇਰੇ ਖਿਆਲ ਸੈਕੰਡ ਵੀਕ ਦੇ ਵਿੱਚ ਟਾਈਮਜ਼ ਨਾਓ ਟੀਵੀ ਦੇ ਉੱਤੇ ਬੈਠ ਕੇ ਤੇ ਮੁਹੰਮਦ ਸਾਹਿਬ ਦੇ ਬਾਰੇ ਮੁਹੰਮਦ ਪੈਗੰਬਰ ਸਾਹਿਬ ਦੇ ਬਾਰੇ ਕੁਛ ਅਜਿਹੀ ਟਿੱਪਣੀ ਕਰਤੀ ਜਿਹੜੀ ਟਿੱਪਣੀ ਠੀਕ ਨਹੀਂ ਸੀ। ਹਾਂਜੀ। ਉਹਦਾ ਪ੍ਰਤੀਕਰਮ ਇੰਡੀਆ 'ਚ ਵੀ ਹੋਇਆ ਤੇ ਉਹਦਾ ਪ੍ਰਤੀਕਰਮ ਵਿਦੇਸ਼ਾਂ ਦੇ ਵਿੱਚ ਵੀ ਹੋਇਆ। ਜਿਹੜਾ ਉਹਨੇ ਟਵੀਟ ਕੀਤਾ ਸੀ ਜਾਂ ਜਿਹੜੀ ਉਹਨੇ ਟਿੱਪਣੀ ਕੀਤੀ ਸੀ ਉਸ ਟਿੱਪਣੀ ਨੂੰ ਦੁਹਰਾ ਦਿੱਤਾ। ਇਹਨੇ ਕਨ੍ਹਈਆ ਲਾਲ ਤੇਲੀ ਕਹਿ ਦਿੰਦੇ ਉਹਨੂੰ, ਕਨ੍ਹਈਆ ਲਾਲ ਸ਼ਾਇਦ ਉਹਦਾ ਗੋਤ ਹੋਵੇ ਤੇਲੀ ਜੀ। ਵੈਸੇ ਬਾਈ ਪ੍ਰੋਫੈਸ਼ਨ ਉਹ ਬੰਦਾ ਆਪਣੇ ਕਿੱਤੇ ਦੇ ਪੱਖੋਂ ਟੇਲਰ ਮਾਸਟਰ ਸੀ, ਜਿਹਨੂੰ ਆਪਣੀ ਦੇਸੀ ਭਾਸ਼ਾ ਦੇ ਵਿੱਚ ਦਰਜੀ ਕਹਿ ਦਿੰਦੇ ਆਪਾਂ। ਬਿਲਕੁਲ ਜੀ। ਉਹ ਉਦੈਪੁਰ ਦੇ ਵਿੱਚ ਉਹਦੀ ਇੱਕ ਦੁਕਾਨ ਸੀ। ਉਹਨੇ ਵੀ ਉਹ ਜਿਹੜੀ ਹੈਗੀ ਹੈ ਜੋ ਕੁਛ ਨੂਪੁਰ ਸ਼ਰਮਾ ਨੇ ਕਿਹਾ ਸੀ ਉਹਦੇ ਹੱਕ ਦੇ ਵਿੱਚ ਬੋਲਤਾ ਸੀ ਜੀ। ਸ਼ਾਇਦ ਉਹਦੀ ਜਿਹੜੀ ਉਹ ਕੋਈ ਉਹਨੇ ਕੁਛ ਕੀਤੇ ਸੀ ਉਹਨੂੰ ਅਗਾਂਹ ਸੋਸ਼ਲ ਮੀਡੀਆ ਦੇ ਉੱਤੇ ਸ਼ੇਅਰ ਕਰਤਾ ਸੀ ਜੀ। ਉਹ ਤੋਂ ਬਾਅਦ ਉਹਨੂੰ ਕੋਈ ਥੋੜ੍ਹੀ ਬਹੁਤੀ ਥ੍ਰੈਟ ਮਿਲੀ। ਉਹਨੇ ਪੁਲਿਸ ਕੋਲੇ ਐਪਲੀਕੇਸ਼ਨ ਦਿੱਤੀ ਜੀ ਮੈਨੂੰ ਥ੍ਰੈਟ ਮਿਲੀ ਹੈ, ਮੇਰੀ ਜਾਨ ਨੂੰ ਖਤਰਾ, ਤੇ ਕੁਛ ਬੰਦਿਆਂ ਦੇ ਨਾਂ ਲਿਖ ਦਿੱਤੇ ਜੀ। ਪੁਲਿਸ ਨੇ ਬੁਲਾਇਆ ਦੋਨਾਂ ਧਿਰਾਂ ਨੂੰ, ਕੁਛ ਮੋਹਤਬਰ ਬੰਦੇ ਚਲੇ ਗਏ। ਮੇਰਾ ਖਿਆਲ 11 ਜੂਨ ਨੂੰ ਉਹਨੇ ਐਪਲੀਕੇਸ਼ਨ ਦਿੱਤੀ ਹੈ ਤੇ 15 ਜੂਨ ਨੂੰ ਸਮਝੌਤਾ ਹੋ ਗਿਆ ਤੇ ਉਹਨੇ ਲਿਖ ਕੇ ਦਿੱਤਾ ਪੁਲਿਸ ਨੂੰ ਕਿ ਮੈਂ ਕੋਈ ਕਾਰਵਾਈ ਨਹੀਂ ਕਰਾਉਣੀ ਚਾਹੁੰਦਾ, ਸਾਨੂੰ ਜੀ ਮਤਲਬ ਜਿਹੜਾ ਹੈਗਾ ਸਮਝੌਤਾ ਸਾਡਾ ਪ੍ਰਵਾਨ ਕਰ ਲਓ। ਸਮਝੌਤਾ ਪ੍ਰਵਾਨ ਹੋ ਗਿਆ। ਮੰਗਲਵਾਰ, ਅੱਜ ਵੀਰਵਾਰ ਹੈ, 2 ਦਿਨ ਪਹਿਲਾਂ ਦੁਪਹਿਰੇ 3 ਵਜੇ ਉਹਦੀ ਦੁਕਾਨ ਤੇ 2 ਬੰਦੇ ਆਉਂਦੇ। ਉਹ ਆ ਕੇ ਕਹਿੰਦੇ ਜੀ ਅਸੀਂ ਕੱਪੜੇ ਸਿਲਾਉਣੇ, ਸਾਡਾ ਮੇਚ ਲੈ ਲਓ। ਇੱਕ ਜਣੇ ਦਾ ਉਹਨੇ ਮੇਚਾ ਲੈਣਾ ਸ਼ੁਰੂ ਕਰਤਾ ਤੇ ਦੂਜੇ ਨੇ ਨਾਲ ਦੀ ਨਾਲ ਹੀ ਉੱਤੇ ਅਟੈਕ ਕਰਤਾ। ਅੱਛਾ। ਅਟੈਕ ਐਡਾ ਭਿਆਨਕ ਕਿ ਉਹਦੀ ਜਿਹੜੀ ਹੈ ਗਰਦਨ ਉਹ ਲਾਤੀ ਧੜ ਦੇ ਨਾਲ। ਔਰ ਦੂਜੇ ਨੇ ਉੱਠ ਕੇ ਨਾਲ ਦੀ ਨਾਲ ਹੀ ਜਿਹੜੀ ਹੈਗੀ ਉਹ ਵੀਡੀਓ ਬਣਾਉਣੀ ਸ਼ੁਰੂ ਕਰਤੀ। ਅੱਛਾ ਜੀ। ਉਹ ਵੀਡੀਓ ਬਣਾ ਕੇ ਵੀਡੀਓ ਸ਼ੇਅਰ ਵੀ ਕਰਤੀ, ਸ਼ਾਇਦ ਲਾਈਵ ਵੀ ਕਰਤੀ ਸੀ। ਠੀਕ ਹੈ ਜੀ। ਔਰ ਉਹ ਸਾਰੀ ਦੁਨੀਆ ਦੇ ਵਿੱਚ ਫੈਲ ਗਈ ਤੇ ਫਿਰ ਸੰਪਰਕਾਂ ਦਾ ਪਤਾ ਲੱਗਿਆ, ਭੱਜ ਗਏ ਉਹ ਮੌਕੇ ਤੋਂ। ਪਰ ਪੁਲਿਸ ਨੂੰ ਆਪਾਂ ਦਾਦ ਦੇਣੀ ਬਣਦੀ ਕਿ ਪੁਲਿਸ ਵਾਲਿਆਂ ਨੇ ਬਹੁਤ ਦੂਰ ਤੱਕ ਉਹਨਾਂ ਦਾ ਪਿੱਛਾ ਕੀਤਾ। ਬੜੀ ਦੂਰ ਤੋਂ ਜਾ ਕੇ ਉਹਨਾਂ ਦੋਨਾਂ ਨੂੰ ਕਾਬੂ ਕਰ ਲਿਆ। ਕਾਬੂ ਕਰਕੇ ਉਹਨਾਂ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ। ਉਹਨਾਂ ਦੋਨਾਂ ਦੇ ਵਿੱਚੋਂ ਇੱਕ ਜਣੇ ਦੇ ਕੁਨੈਕਸ਼ਨ ਜਿਹੜੇ ਹੈਗੇ ਪਾਕਿਸਤਾਨ ਨਾਲ ਜੁੜਦੇ ਹੈ ਜੀ। ਉਹ 2014 ਸ਼ਾਇਦ ਕਰਾਚੀ 'ਚ ਜਾ ਕੇ ਆਇਆ ਸੀ। ਅੱਛਾ ਜੀ। ਹਾਲਾਤ ਕਾਫੀ ਬੇਕਾਬੂ ਹੋ ਗਏ ਸੀ। ਕਰਫਿਊ ਵਗੈਰਾ ਵੀ ਲਾਇਆ ਗਿਆ। ਦਫਾ 44 ਤਾਂ ਸ਼ਾਇਦ 1 ਮਹੀਨੇ ਵਾਸਤੇ ਲਾਤੀ ਤੇ ਕੱਲ ਕਰਫਿਊ ਦੇ ਦੌਰਾਨ ਹੀ ਉਹਨਾਂ ਦਾ ਸੰਸਕਾਰ ਕੀਤਾ ਗਿਆ। ਆਪਣੇ ਕਨ੍ਹਈਆ ਲਾਲ ਹੋਰਾਂ ਦਾ ਸੰਸਕਾਰ ਹੋ ਗਿਆ। ਪਰ ਇਹਦੇ ਬਾਵਜੂਦ ਵੀ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਭੀੜ ਉੱਥੇ ਇਕੱਠੀ ਹੋ ਗਈ। ਠੀਕ ਹੈ। ਹੁਣ ਇੱਥੇ ਦੇਖਣ ਵਾਲੀ ਗੱਲ ਇਹ ਹੈ ਕਿ ਜਿਹਨੇ ਪੰਗਾ ਲਿਆ, ਜਿਹਨੇ ਚੁਆਤੀ ਲਈ, ਉਹਨੂੰ ਤਾਂ ਜੋ ਖਾੜੀ ਦੇਸ਼ਾਂ ਦਾ ਦਬਾਅ ਪੈ ਗਿਆ, ਨੂਪੁਰ ਸ਼ਰਮਾ ਨੂੰ ਤਾਂ 6 ਸਾਲ ਵਾਸਤੇ ਸਸਪੈਂਡ ਕਰਤਾ ਜੀ। ਜਿਸ ਬੰਦੇ ਨੇ ਨੂਪੁਰ ਸ਼ਰਮਾ ਨੇ ਜੋ ਕੁਛ ਕੀਤਾ ਕਰਾਇਆ ਸੀ ਤੇ ਉਹਨੂੰ ਬਿਲਕੁਲ ਉਹਦਾ ਐਨਾਲਿਸਿਸ ਕਰਕੇ ਆਲਟ ਨਿਊਜ਼ ਵਾਲੇ ਮੁਹੰਮਦ ਜ਼ੁਬੈਰ ਨੇ ਜਿਹੜੀ ਗੱਲ ਲਿਆ ਕੇ ਹਕੀਕਤ ਸਾਹਮਣੇ ਕੀਤੀ ਕਿ ਹਕੀਕਤ ਆ ਜੀ ਆਏ ਤੇ ਉਸ ਮੁਹੰਮਦ ਜ਼ੁਬੈਰ ਨੂੰ ਕਿਸੇ ਹੋਰ ਇਹਦੇ 'ਚ ਇਸੇ ਮਾਮਲੇ 'ਚ ਬੁਲਾ ਲਿਆ। ਨੂਪੁਰ ਸ਼ਰਮਾ ਵਾਲਾ ਵੀ ਤੂੰ ਆ ਕੀ ਕੀਤਾ? ਉਹਨੇ ਜਾ ਕੇ ਸਾਰੀ ਗੱਲ ਕਹਿਤੀ ਜੀ ਮੈਂ ਤਾਂ ਗੱਲ ਕੀਤੀ ਹੈ। ਫਿਰ ਕਹਿੰਦੇ ਵੀ ਤੂੰ 2018 ਦੇ ਵਿੱਚ, ਅੱਛਾ ਜੀ, 2018 ਦੇ ਵਿੱਚ ਤੂੰ ਕੋਈ ਟਵੀਟ ਕੀਤਾ ਸੀ। ਉਹ ਸ਼ਾਇਦ ਕੋਈ ਫਿਲਮ ਹੈਗੀ ਸੀ, ਬਹੁਤ ਪੁਰਾਣੀ ਫਿਲਮ। ਉਸ ਫਿਲਮ ਦੇ ਵਿੱਚ ਇੱਕ ਹਨੀਮੂਨ ਹੋਟਲ ਹੈ, ਉਹਦੇ 'ਚ ਕੰਮ ਕਰਨ ਵਾਲੇ ਬੰਦੇ ਨੇ ਹਨੀਮੂਨ ਹੋਟਲ ਨੂੰ ਹਨੂਮਾਨ ਹੋਟਲ ਲਿਖਤਾ। ਉਹ ਜਿਹੜੇ ਉਹਨੇ ਲਿਖਿਆ ਸੀ, ਜੋ ਉਹਨੇ ਕਿਹਾ ਸੀ, ਤੇ ਉਹੀ ਕੁਛ ਇਹਨੇ ਲਿਖਤਾ ਸੀ। ਔਰ ਇਹਦੇ ਲਿਖਣ ਦਾ ਫਿਰ ਉਹ ਨਤੀਜਾ ਕੀ ਹੋਇਆ? ਨਤੀਜਾ ਹੋਇਆ ਇਹਨੂੰ ਕਹਿੰਦੇ ਵੀ ਤੂੰ ਆਹ ਕੁਛ ਕੀਤਾ ਸੀ। ਇਹਨੂੰ ਜੀ ਉੱਥੇ ਅਰੈਸਟ ਕਰ ਲਿਆ। ਠੀਕ ਹੈ ਜੀ। ਅਰੈਸਟ ਕਰਕੇ ਉਹਨੂੰ ਰੱਖ ਲਿਆ ਤੇ ਉਹਦੇ ਤੇ ਹੁਣ ਪ੍ਰਤੀਕਰਮ ਆ ਰਹੇ ਹੈ ਜੀ। UNO ਦੇ ਸੈਕਟਰੀ ਜਨਰਲ ਦੇ ਸਪੋਕਸਪਰਸਨ ਨੇ ਗੱਲ ਕਹੀ ਹੈ। ਬਿਲਕੁਲ। ਪੱਤਰਕਾਰ ਜੋ ਲਿਖਦੇ ਆ, ਬੋਲਦੇ ਆ, ਟਵੀਟ ਕਰਦੇ ਆ, ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ। ਇਸੇ ਤਰੀਕੇ ਸੀਤਲ ਆਪਣੀ ਵਾੜ ਹੈ। ਸੀਤਲ ਵਾੜ ਇੱਕ ਬੜੀ ਨਾਮੀ ਗ੍ਰਾਮੀ ਵਕੀਲ ਹੈ ਔਰ ਬੰਦੇ ਤਕੜੇ ਘਰਾਣੇ ਦੇ ਨਾਲ ਹੈ। ਉਹਨੂੰ ਵੀ ਅਰੈਸਟ ਕਰ ਲਿਆ। ਲੇਕਿਨ ਨੂਪੁਰ ਸ਼ਰਮਾ ਨੂੰ ਕਿਸੇ ਨੇ ਅਰੈਸਟ ਨਹੀਂ ਕੀਤਾ, ਜਿਹਨੇ ਪੈਗੰਬਰ ਸਾਹਿਬ ਦੇ ਬਾਰੇ ਇਹੋ ਜਿਹੀ ਕੋਈ ਨੈਗੇਟਿਵ ਟਿੱਪਣੀ ਕੀਤੀ ਸੀ। ਹੁਣ ਇਹਨੂੰ ਆਪਾਂ ਦੇਖਣ ਵਾਲੀ ਗੱਲ ਜਿਹੜੀ ਮੈਂ ਸ਼ੁਰੂ 'ਚ ਕਹੀ ਸੀ ਕਿ ਸਾਰਾ ਕੁਛ ਹੁੰਦਾ ਜਾਂ ਕਰਵਾਇਆ ਜਾਂਦਾ ਹੈ।
ਜੀ ਅਸਲ ਦੇ ਵਿੱਚ ਇਹਨੂੰ ਦੇਖੀਏ ਆਪਾਂ ਤਾਂ ਇਹ ਇਨਫੈਕਟ ਇਹ ਹੈ ਕਿ ਇਲੈਕਸ਼ਨ ਤੋਂ ਪਹਿਲਾਂ ਅੱਗੇ ਪਾਰਲੀਮੈਂਟ ਦੀ ਇਲੈਕਸ਼ਨ ਆਉਣੀ ਹੈ 2024 'ਚ, ਇੱਕ ਸਮਾਜ ਦੇ ਵਿੱਚ ਪੋਲਰਾਈਜੇਸ਼ਨ, ਕਤਾਰਬੰਦੀ ਕੀਤੀ ਜਾ ਰਹੀ ਹੈ। ਕਤਾਰਬੰਦੀ ਕਿਹਦੇ 'ਚ? ਦੋ ਫਿਰਕਿਆਂ 'ਚ। ਦੋ ਵੱਡੇ ਫਿਰਕੇ ਜੇ ਆਪਾਂ ਦੇਖੀਏ ਭਾਰਤ ਦੇ ਵਿੱਚ ਤਾਂ ਹਿੰਦੂ ਤੇ ਮੁਸਲਮਾਨ ਹੈ ਜੀ। ਇਹ ਜਿਹੜੇ ਹੈਗੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹਿੰਦੂਆਂ ਤੇ ਮੁਸਲਮਾਨਾਂ 'ਚ ਤਬਦੀਲ ਕਰ ਦਿਓ, ਉਹਨਾਂ ਦੇ ਝਗੜੇ 'ਚ ਤਬਦੀਲ ਕਰ ਦਿਓ, ਤੇ ਉਹ ਦੋਨੇ ਧਿਰਾਂ ਜਿਹੜੀਆਂ ਹੈਗੀਆਂ ਪੂਰੀ ਤਰ੍ਹਾਂ ਜਿਹਨੂੰ ਆਪਾਂ ਕਹਿ ਦਈਏ ਲਾਮਬੰਦ ਹੋ ਜਾਣ। ਹਿੰਦੂ ਇੱਕ ਪਾਸੇ ਖੜ ਜਾਣ ਤੇ ਮੁਸਲਮਾਨ ਇੱਕ ਪਾਸੇ ਖੜ ਜਾਣ। ਜੇ 150, 500-400 ਬੰਦਾ ਮਰ ਜੂ ਤਾਂ ਹਾਕਮਾਂ ਨੂੰ ਕੋਈ ਬਹੁਤਾ ਫਰਕ ਨਹੀਂ ਪੈਦਾ ਹੁੰਦਾ। ਜਿਹੜੇ ਮਰਦੇ ਆ ਉਹਨਾਂ ਦੇ ਪਰਿਵਾਰਾਂ ਨੂੰ ਉਹਦਾ ਸੰਤਾਪ ਝੱਲਣਾ ਪੈਂਦਾ। ਇੱਥੇ ਚੱਕਰ ਇਹ ਕਿ ਉਹਨਾਂ ਦਾ ਆਪਦਾ ਮਤਲਬ ਹੱਲ ਹੁੰਦਾ ਕਿ ਨਹੀਂ ਹੁੰਦਾ। ਜੇ ਬਹੁ ਗਿਣਤੀ ਇੱਕ ਪਾਸੇ ਹੋਗੀ ਤੇ ਘੱਟ ਗਿਣਤੀ ਇੱਕ ਪਾਸੇ ਹੋਗੀ। ਬਹੁ ਗਿਣਤੀ ਨੇ ਬਹੁ ਗਿਣਤੀ ਵਾਲਿਆਂ ਨੂੰ ਵੋਟਾਂ ਪਾਤੀਆਂ, ਘੱਟ ਗਿਣਤੀ ਵਾਲਿਆਂ ਨੇ ਉਹਨਾਂ ਦੀ ਤਾਂ ਕੋਈ ਗਿਣਤੀ ਵਾਲਿਆਂ ਦਾ ਕੋਈ ਖੜਾ ਹੋਣ ਵਾਲਾ ਨਹੀਂ ਹੁੰਦਾ, ਉਹਨਾਂ ਦੀਆਂ ਵੋਟਾਂ ਵੰਡੀਆਂ ਜਾਣਗੀਆਂ ਤੇ 5 ਸਾਲਾਂ ਵਾਸਤੇ ਹਕੂਮਤ ਫੇਰ ਬਣ ਜਾਣੀ। ਇਸ ਵਾਸਤੇ ਸਾਰਾ ਕੁਛ ਆਪ ਮੁਹਾਰੇ ਨਹੀਂ ਹੁੰਦਾ, ਇਹ ਕਰਵਾਇਆ ਜਾਂਦਾ ਤੇ ਕਰਵਾਉਣ ਵਾਲਿਆਂ ਦੀ ਸ਼ਨਾਖਤ ਕਰਕੇ ਤਾਂ ਲੋਕਾਂ ਨੂੰ ਫੈਸਲਾ ਕਰਨਾ ਚਾਹੀਦਾ ਕਿ ਇਹੋ ਜਿਹੇ ਲੋਕਾਂ ਨੂੰ ਸਬਕ ਸਿਖਾਇਆ ਜਾਵੇ, ਉਹਨਾਂ ਨੂੰ ਮੂੰਹ ਨਾ ਲਾਇਆ ਜਾਵੇ। ਜੀ ਬਿਲਕੁਲ ਜੀ। ਸੋ ਦੇਸ਼ ਦੇ ਹਾਲਾਤ ਜਿਹੜੇ ਨੇ ਉਹ ਸਾਨੂੰ ਜਿੱਥੇ ਬਹੁਤ ਹੀ ਜ਼ਿਆਦਾ ਸੋਚਾਂ ਦੇ ਵਿੱਚ ਪਾਉਂਦੇ ਨੇ, ਉੱਥੇ ਹੀ ਸਾਡੀ ਜ਼ਿੰਮੇਵਾਰੀ ਵੀ ਵੱਧ ਜਾਂਦੀ ਹੈ ਕਿ ਅਸੀਂ ਖੁਦ ਵੀ ਜ਼ਿੰਮੇਵਾਰ ਨਾਗਰਿਕ ਵਜੋਂ ਵਿਚਰਦੇ ਹੋਏ ਇਹੋ ਜਿਹੀਆਂ ਘਟਨਾਵਾਂ ਨੂੰ ਬਹੁਤ ਹੀ ਸੰਵੇਦਨਸ਼ੀਲ ਤਰੀਕੇ ਨਾਲ ਲਈਏ, ਤਾਂ ਕਿ ਸਮਾਜ ਦੇ ਵਿੱਚ ਜਿੱਥੇ ਕਿ ਸੱਦਾਚਾਰਕ ਭਾਵਨਾਵਾਂ ਬਣੀ ਰਵੇ ਉੱਥੇ ਹੀ ਭਾਈਚਾਰਾ ਵੀ ਕਾਇਮ ਰਵੇ। ਅਤੇ ਅਗਲੀ ਖਬਰ ਜਿਹੜੀ ਆਪਾਂ ਲੈਣੀ ਚਾਹਾਂਗੇ ਉਹ ਲੈਣੀ ਚਾਹਾਂਗੇ ਜੀ ਪੰਜਾਬ ਦੀ ਵਿਧਾਨ ਸਭਾ ਦੇ ਬਾਰੇ। ਸੋ ਪੰਜਾਬ ਦੀ ਵਿਧਾਨ ਸਭਾ ਦੇ ਬਾਰੇ ਇਸ ਵਾਰ ਕਾਫੀ ਚਰਚਾਵਾਂ ਹੋ ਰਹੀਆਂ ਨੇ, ਖਾਸ ਕਰਕੇ ਕਿਉਂਕਿ ਉਹ ਲਾਈਵ ਕੀਤੀ ਜਾ ਰਹੀ ਹੈ ਅਤੇ ਕਾਫੀ ਜਿਹੜਾ ਹੈ ਉੱਥੇ ਜਿੱਥੇ ਕਿ ਵਿਰੋਧੀਆਂ ਵੱਲੋਂ ਨਿਸ਼ਾਨਾ ਲਾਇਆ ਜਾਂਦਾ, ਉੱਥੇ ਹੀ ਮੁੱਖ ਮੰਤਰੀ ਆਪ ਵੀ ਅੱਗੇ ਹੋ ਕੇ ਜਿਹੜੇ ਨੇ ਲਗਾਤਾਰ ਜਿਹੜੇ ਜਵਾਬ ਦਹੀ ਕਰ ਰਹੇ ਨੇ ਜੀ ਇਹਨਾਂ ਵਿਰੋਧੀਆਂ ਵੱਲੋਂ ਉਠਾਏ ਜਾ ਰਹੇ ਸਵਾਲਾਂ ਦੀ। ਤਾਂ ਇਸੇ ਦੌਰਾਨ ਹੁਣ ਭਗਵੰਤ ਮਾਨ ਮੁੱਖ ਮੰਤਰੀ ਜੀ ਨੇ ਕੱਲ੍ਹ ਕਿਹਾ ਕਿ ਭ੍ਰਿਸ਼ਟ ਸਿਆਸਤਦਾਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਸੋ ਕਿਵੇਂ ਦੇਖਦੇ ਹੋ ਜੀ ਇਸ ਗੱਲਬਾਤ ਨੂੰ? ਦੇਖੋ, ਭਗਵੰਤ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਹੈ, ਬਹੁਤ ਵਧੀਆ ਬੁਲਾਰੇ ਹੈ ਜੀ। ਉਹਨਾਂ ਦੀ ਜੇ ਕਾਰਗੁਜ਼ਾਰੀ ਆਪਾਂ ਦੇਖੀਏ, ਪਾਰਲੀਮੈਂਟ ਦੇ ਵਿੱਚ ਉਹਨਾਂ ਦੀ ਕਾਰਗੁਜ਼ਾਰੀ ਬਹੁਤ ਵਧੀਆ ਰਹੀ ਹੈ। ਬਿਲਕੁਲ ਜੀ। 2014 ਦੇ ਵਿੱਚ ਜਦੋਂ ਆਮ ਚੋਣਾਂ ਹੋਈਆਂ ਤੇ ਉਸ ਵੇਲੇ ਆਮ ਆਦਮੀ ਪਾਰਟੀ ਨੇ ਸਾਰੇ ਦੇਸ਼ ਦੇ ਵਿੱਚ ਚੋਣਾਂ ਲੜੀਆਂ ਸੀ ਜੀ, ਲੇਕਿਨ ਸਾਰੇ ਦੇਸ਼ ਦੇ ਵਿੱਚੋਂ ਜੇ ਕਿਤੇ ਉਹਨਾਂ ਨੂੰ ਸਫਲਤਾ ਮਿਲੀ ਸੀ ਤਾਂ ਉਹ ਪੰਜਾਬ 'ਚ ਸਫਲਤਾ ਮਿਲੀ ਸੀ। ਬਿਲਕੁਲ ਜੀ। ਪਾਰਲੀਮੈਂਟ ਦੇ 4 ਮੈਂਬਰ ਜਿੱਤ ਗਏ ਸੀ, ਜਿਨ੍ਹਾਂ ਦੇ ਵਿੱਚੋਂ ਇੱਕ ਭਗਵੰਤ ਸਿੰਘ ਮਾਨ, ਦੂਜੇ ਧਰਮਵੀਰ ਗਾਂਧੀ, ਤੀਜੇ ਪ੍ਰੋਫੈਸਰ ਸਾਧੂ ਸਿੰਘ ਜੀ, ਚੌਥੇ ਹਰਿੰਦਰ ਸਿੰਘ ਖਾਲਸਾ। 4 ਬੰਦੇ ਜਿੱਤ ਗਏ ਸੀ ਤੇ 2 ਬੰਦੇ ਇਹਨਾਂ ਦੇ ਜਿੱਤਦੇ ਰਹਿ ਗਏ ਸੀ। ਬਿਲਕੁਲ ਜੀ। ਉਹ ਤੋਂ ਬਾਅਦ ਫਿਰ 2019 'ਚ ਚੋਣਾਂ ਹੁੰਦੀਆਂ, ਸਾਰੇ ਦੇਸ਼ ਦੇ ਵਿੱਚ ਇਹਨਾਂ ਨੇ ਫਿਰ ਆਪਦੀ ਕਿਸਮਤ ਅਜਮਾਈ, ਲੇਕਿਨ ਇੱਕੋ ਹੀ ਖਾਲਸਾ ਜਿੱਤਦਾ ਹੈ, ਉਹ ਭਗਵੰਤ ਸਿੰਘ ਮਾਨ ਜਿੱਤਿਆ ਸੰਗਰੂਰ ਤੋਂ ਜੀ। ਤੇ ਉਹਦੇ ਜਿੱਤਣ ਦਾ ਵੱਡਾ ਕਾਰਨ ਵੀ ਹੈ ਕਿ ਭਗਵੰਤ ਸਿੰਘ ਮਾਨ ਪਾਰਲੀਮੈਂਟ ਦੇ ਵਿੱਚ ਜਦੋਂ ਬੋਲਦਾ ਸੀ, ਬੰਦਾ ਇਕੱਲਾ ਸੀ ਲੇਕਿਨ ਅਟੈਂਸ਼ਨ ਸਾਰੀ ਪਾਰਲੀਮੈਂਟ ਦੀ ਆਪਣੇ ਵੱਲ ਖਿੱਚ ਲੈਂਦਾ ਸੀ। ਦੂਜੇ ਪਾਸੇ ਭੀੜਾਂ 20-30 MLA MPਆਂ ਵਾਲੇ ਵੀ ਹੈਗੇ ਆ, ਜ਼ਿਆਦਾ ਵਾਲੇ ਵੀ ਹੈਗੇ ਆ, ਕੌਣ ਬੋਲੀ ਜਾਂਦਾ ਕੌਣ ਨਹੀਂ ਬੋਲੀ ਜਾਂਦਾ ਕੋਈ ਨੋਟਿਸ ਨਹੀਂ ਲੈਂਦਾ ਸੀ। ਜਦੋਂ ਭਗਵੰਤ ਸਿੰਘ ਮਾਨ ਬੋਲਦਾ ਹੁੰਦਾ ਸੀ ਉਦੋਂ ਖੜੇ ਹੋ ਕੇ ਦੇਖਦੇ ਹੁੰਦੇ ਸੀ, ਯਾਰ ਵੀ ਭਗਵੰਤ ਮਾਨ ਬੋਲਦਾ, ਤੇ ਲੋਕ ਵੀ ਸੁਣਦੇ ਹੁੰਦੇ ਸੀ ਜੀ। ਭਗਵੰਤ ਸਿੰਘ ਮਾਨ ਪੰਜਾਬ ਦੀ ਪੋਲੀਟਿਕਸ ਦੇ ਵਿੱਚ ਆ ਕੇ ਪ੍ਰਦੇਸ਼ ਦੇ ਪ੍ਰਧਾਨ ਹੈ, ਇਹਨਾਂ ਨੂੰ ਮੁੱਖ ਮੰਤਰੀ ਵਜੋਂ ਚਿਹਰਾ ਬਣਾ ਦਿੱਤਾ। ਔਰ ਮੇਰਾ ਇਹ ਮੰਨਣਾ ਹੈ ਔਰ ਇਹ ਹਕੀਕਤ ਵੀ ਹੈ ਕਿ ਆਮ ਆਦਮੀ ਪਾਰਟੀ ਨੇ 2017 ਦੇ ਵਿੱਚ ਵੀ ਬਗੈਰ ਚਿਹਰੇ ਤੋਂ ਚੋਣ ਲੜੀ ਸੀ ਤੇ ਉਹਨਾਂ ਨੂੰ ਸਫਲਤਾ ਨਹੀਂ ਮਿਲੀ। ਹਾਂਜੀ। 2022 ਦੇ ਵਿੱਚ ਫਿਰ ਇਹ ਗੱਲ ਮਹਿਸੂਸ ਕੀਤੀ ਗਈ ਕਿ ਚਿਹਰਾ ਤਾਂ ਕੋਈ ਬਣਾਉਣਾ ਪੈਣਾ ਹੈ, ਤੇ ਪਹਿਲੇ ਦਿਨ ਹੀ ਭਗਵੰਤ ਸਿੰਘ ਮਾਨ ਨੂੰ ਚਿਹਰਾ ਨਹੀਂ ਸੀ ਬਣਾਇਆ। ਸਗੋਂ ਕੇਜਰੀਵਾਲ ਨੇ ਐਲਾਨ ਕਰ ਦਿੱਤਾ ਸੀ ਜਦੋਂ ਕੁੰਵਰ ਵਿਜੇ ਪ੍ਰਤਾਪ ਨੂੰ ਜੁਆਇਨ ਕਰਵਾਇਆ ਜੀ, ਕਿ ਪਹਿਲਾਂ ਇਹ ਚੱਲਦੀ ਸੀ ਕਿ ਸ਼ਾਇਦ ਕੇਜਰੀਵਾਲ ਜਾਂ ਉਹਨਾਂ ਦਾ ਕੋਈ ਕਰੀਬੀ, ਉਹਨਾਂ ਦੇ ਪਰਿਵਾਰ ਦੇ ਵਿੱਚੋਂ ਜਾਂ ਕੋਈ ਕਰੀਬੀ ਉਹਨੂੰ ਮੁੱਖ ਮੰਤਰੀ ਬਣਾ ਦੇਣ। ਉਹਨੇ ਕਹਿਤਾ ਸੀ ਨਹੀਂ, ਬਾਹਰੋਂ ਨਹੀਂ ਮੁੱਖ ਮੰਤਰੀ ਬਣੂਗਾ ਪੰਜਾਬ 'ਚੋਂ ਹੀ। ਅੱਛਾ ਜੀ। ਤੇ ਬਣੂਗਾ ਵੀ ਸਰਦਾਰ ਹੀ ਕੋਈ। ਤੇ ਫਿਰ ਇਹ ਹੋ ਗਿਆ ਸੀ ਵੀ ਸਰਦਾਰ ਕੌਣ ਬਣੂਗਾ। ਭਗਵੰਤ ਸਿੰਘ ਮਾਨ ਵੀ ਸੋਚਦਾ ਸੀ ਕੌਣ ਵੀ ਬੰਦਾ ਤਾਂ ਮੈਂ ਹੈਗਾ, ਤੇ ਮੇਰਾ ਨਾਂ ਇਹਨਾਂ ਨੇ ਕਿਉਂ ਨਹੀਂ ਲਿਆ। ਅਖੀਰ ਜਦੋਂ ਉਹਨਾਂ ਨੇ ਦੇਖਿਆ ਕਿ ਸਾਡਾ ਜਿਹੜਾ ਪਾਣੀ ਖੜਾ ਹੈ, ਇਹ ਪਾਣੀ ਅਗਾਂਹ ਨਹੀਂ ਤੁਰਦਾ, ਤੇ ਪਾਣੀ ਨੂੰ ਅਗਾਂਹ ਤੁਰਨ ਵਾਸਤੇ ਕੋਈ ਨਾ ਕੋਈ ਤਾਂ ਫਿਰ ਬੰਦਾ ਅੱਗੇ ਲਾਉਣਾ ਹੀ ਪੈਣਾ। ਫਿਰ ਐਲਾਨ ਕਰ ਦਿੱਤਾ ਸੀ ਕਿ ਭਗਵੰਤ ਸਿੰਘ ਮਾਨ ਸਾਡੇ ਚਿਹਰੇ ਹੋਣਗੇ ਮੁੱਖ ਮੰਤਰੀ ਵਜੋਂ। ਔਰ ਜਿੱਦਣ ਭਗਵੰਤ ਸਿੰਘ ਮਾਨ ਦਾ ਨਾਂ ਅਨਾਊਂਸ ਕਰਤਾ ਸੀ, ਉਦੋਂ ਹੀ ਆਮ ਆਦਮੀ ਪਾਰਟੀ ਦਾ ਜਿਹੜਾ ਹੈਗਾ ਉਭਾਰ ਸ਼ੁਰੂ ਹੋ ਗਿਆ ਸੀ। ਤੇ ਉਹ ਫਿਰ ਉਭਾਰ ਇੱਥੋਂ ਤੱਕ ਚਲਾ ਗਿਆ ਕਿ ਲੋਕਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਉਹਨਾਂ ਦੇ ਹਲਕੇ ਤੋਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਕਿਹੜਾ। ਬਸ ਉਹਨਾਂ ਨੂੰ ਕਹਿੰਦਾ ਕਿ ਝਾੜੂ ਆ ਯਾਰ, ਫੇਰ ਦਿਓ ਝਾੜੂ, ਫੇਰ ਦਿਓ ਝਾੜੂ। ਤੇ 92 ਸੀਟਾਂ ਹੁਣ ਤੱਕ ਦਾ ਰਿਕਾਰਡ ਹੈ, ਕਦੇ ਕਿਸੇ ਨੂੰ ਨਹੀਂ ਸੀ ਆਈਆਂ। ਬਿਲਕੁਲ ਆ ਗਈਆਂ।
ਇਹਨਾਂ 92 ਸੀਟਾਂ ਦੇ ਆਉਣ ਤੋਂ ਬਾਅਦ ਭਗਵੰਤ ਸਿੰਘ ਮਾਨ ਦਾ ਰਾਹ ਸੌਖਾ ਨਹੀਂ ਸੀ ਜੀ, ਕਿਉਂਕਿ ਪੰਜਾਬ ਦਾ ਇੱਕ ਸੁਭਾਅ ਹੈ, ਡੇ 1 ਤੋਂ ਪੰਜਾਬ ਦੀ ਗੱਲ ਦੇਖੀ ਤਾਂ ਪੰਜਾਬ ਦੇ ਲੋਕ ਜਿਹੜੇ ਹੈਗੇ ਇੱਕ ਆਜ਼ਾਦ ਤਬੀਅਤ ਦੇ ਲੋਕ ਹੈ। ਬਿਲਕੁਲ ਜੀ। ਇਹ ਟੈ ਨਹੀਂ ਕਿਸੇ ਦੀ ਸਮਝਦੇ। ਜਦੋਂ ਆਪਾਂ ਨਾ ਪ੍ਰੋਫੈਸਰ ਪੂਰਨ ਸਿੰਘ ਨੂੰ ਜੀ ਪੜ੍ਹਦੇ ਹਾਂ ਬਿਲਕੁਲ ਜੀ, ਤਾਂ ਉਹ ਕਹਿੰਦੇ ਆ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ। ਜੀ ਪ੍ਰੋਫੈਸਰ ਇਹ ਟੈ ਨਾ ਮੰਨਦੇ ਕਿਸੇ ਦੇ ਪੰਜਾਬੀ ਦੀ ਉਹ ਗੱਲ, ਇਹ ਕਹਿੰਦੇ ਹੈ ਬਿਲਕੁਲ ਟੈ ਨਾ ਕਦੇ ਮੁਗਲਾਂ ਦੀ ਮੰਨੀ ਹੈ ਤੇ ਨਾ ਕਦੇ ਕਾਂਗਰਸ ਦੀ ਮੰਨੀ ਹੈ ਤੇ ਨਾ ਕਦੇ ਬੀਜੇਪੀ ਦੀ ਮੰਨੀ ਹੈ। ਜੀ। ਔਰ ਜਦੋਂ ਦਿੱਲੀ ਦਾ ਪਰਛਾਵਾਂ ਪੈਂਦਾ ਪੰਜਾਬ ਦੇ ਉੱਤੇ ਤੇ ਉਦੋਂ ਲੋਕਾਂ ਦਾ ਜਿਹੜਾ ਹੈਗਾ ਮੱਥਾ ਠਣਕਦਾ ਕਿ ਕੋਈ ਨਾ ਕੋਈ ਗੜਬੜ ਹੋਊਗੀ। ਜੀ, ਇਹ ਸਰਕਾਰ ਬਣ ਗਈ, ਲੋਕਾਂ ਨੂੰ ਇਹ ਸੀ ਕਿ ਦਿੱਲੀ ਦਾ ਕੰਟਰੋਲ ਇਸ ਸਰਕਾਰ ਤੇ ਨਾ ਰਹੇ, ਲੇਕਿਨ ਦਿੱਲੀ ਦਾ ਕੰਟਰੋਲ ਪੂਰੀ ਤਰ੍ਹਾਂ ਰਿਹਾ। ਹਾਂਜੀ। ਔਰ ਉਹਦਾ ਜਿਹੜਾ ਹੈਗਾ ਰਿਜ਼ਲਟ ਆਪਣੇ ਸਾਹਮਣੇ ਆ ਗਿਆ, ਸੰਗਰੂਰ ਦੀ ਬਾਈ ਇਲੈਕਸ਼ਨ। ਜੀ, ਸੰਗਰੂਰ ਦੀ ਬਾਈ ਇਲੈਕਸ਼ਨ ਤੋਂ ਬਾਅਦ ਇਹ ਕਿਉਂਕਿ ਸੈਸ਼ਨ ਚੱਲਦਾ ਹੀ ਸੀ ਹਾਂਜੀ, ਤੇ ਫਿਰ ਬਜਟ ਪੇਸ਼ ਕਰਨਾ ਸੀ। ਉਸ ਵੇਲੇ ਲੱਗਦਾ ਸੀ ਕਿ ਭਗਵੰਤ ਸਿੰਘ ਮਾਨ ਹੋਰੀ ਜਿਹੜੇ ਹੈਗੇ ਥੋੜ੍ਹੇ ਡਾਊਨ ਹੋਣਗੇ, ਲੇਕਿਨ ਉਹਨੇ ਆਪਣੀ ਹਿੰਮਤ ਇਕੱਠੀ ਕੀਤੀ ਤੇ ਹਿੰਮਤ ਇਕੱਠੀ ਕਰਕੇ ਜਦੋਂ ਬੋਲਣ ਦਾ ਮੌਕਾ ਮਿਲਿਆ ਬੋਲਿਆ। ਕੱਲ੍ਹ ਵੀ ਭਗਵੰਤ ਸਿੰਘ ਮਾਨ ਜਦੋਂ ਬੋਲਿਆ ਤੇ ਉਹਨੇ ਵਿਰੋਧੀਆਂ ਨੂੰ ਚੁਣੌਤੀ ਦਿੱਤੀ ਹੈ ਕਿ ਜਿਹੜੇ ਭ੍ਰਿਸ਼ਟਾਚਾਰੀ ਆ ਉਹ ਬਚਣਗੇ ਨਹੀਂ। ਜੀ, ਕਿਤੇ ਮਰਜ਼ੀ ਆ ਜਾਂਦੇ ਰਹੋ, ਤੁਹਾਨੂੰ ਅਸੀਂ ਬਖਸ਼ਣਾ ਨਹੀਂ, ਉਹਨਾਂ ਨੂੰ ਅੰਦਰ ਦੇਣਾ ਹੀ ਦੇਣਾ ਹੈ, ਚਾਹੇ ਉਹ ਅਧਿਕਾਰੀ ਹੈ, ਜੀ, ਚਾਹੇ ਉਹ ਕੋਈ ਨੇਤਾ ਹੈ ਜਾਂ ਸਾਬਕਾ ਨੇਤਾ, ਚਾਹੇ MLA ਤੇ ਚਾਹੇ MP ਹੈ, ਚਾਹੇ ਵਜ਼ੀਰ ਹੈ ਕੋਈ ਸਾਬਕਾ ਤੇ ਚਾਹੇ ਕੋਈ ਮੌਜੂਦਾ ਹੈ। ਜੀ, ਇੱਥੋਂ ਤੱਕ ਵੀ ਕਹਿ ਦਿੱਤਾ ਕਿ ਜਿਹੜੇ ਲੋਕ ਪਾਰਟੀਆਂ ਬਦਲ ਕੇ ਆਪਦੀ ਪਾਰਟੀ ਬਦਲ ਕੇ ਵੱਡੀਆਂ ਪਾਰਟੀਆਂ 'ਚ ਜਾਂਦੇ ਆ, ਜੇ ਗੁਨਾਹ ਕੀਤਾ ਤਾਂ ਬਚਣਗੇ ਉਹ ਵੀ ਨਹੀਂ। ਜੀ, ਜਿਹੜਾ ਉਹਨਾਂ ਨੇ ਭਾਸ਼ਣ ਕੀਤਾ, ਭਾਸ਼ਣ ਉਹਨਾਂ ਦਾ ਹਮਲਾਵਰ ਵੀ ਸੀ। ਉਹਨਾਂ ਦਾ ਭਾਸ਼ਣ ਥੋੜ੍ਹਾ ਜਿਹਾ ਜਿਹੜਾ ਹੈਗਾ, ਜਿਹੜਾ ਆਪਾਂ ਕਹਿ ਸਕੀਏ ਅਰੌਚਕ ਵੀ ਸੀ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਹਮਲਾਵਰ ਰੌਚਕ ਜਿਸ ਕਿਸਮ ਦਾ ਭਾਸ਼ਣ ਦੇਣਾ ਹੁੰਦਾ ਹੈ, ਜੇ ਆਪਾਂ ਦੇਖੀਏ ਤਾਂ ਜ਼ਿਆਦਾਤਰ ਇਹ ਹੁੰਦਾ ਕਿ ਇਲੈਕਸ਼ਨਾਂ ਦੇ ਦਿਨਾਂ ਦੇ ਵਿੱਚ ਜਿਹੜੇ ਭਾਸ਼ਣ ਹੁੰਦੇ ਇਹ ਉਹ ਭਾਸ਼ਣ ਸੀ। ਬਿਲਕੁਲ ਜੀ, ਮੈਂ ਵੀ ਇਹੀ ਇਹ ਜਿਹੜਾ ਇਲੈਕਸ਼ਨਾਂ ਦੇ ਵਿੱਚ ਹੁੰਦਾ ਨਾ ਵੀ ਹਮਲਾਵਰ ਹੋਵੋ ਤੇ ਲੋਕਾਂ ਨੂੰ ਇਹ ਗੱਲ ਕਰੋ ਜੀ ਆ, ਪਰ ਹੁਣ ਉਹਦੇ 'ਚ ਮੁੱਖ ਮੁੱਦੇ ਹੈ ਆਪੋਜੀਸ਼ਨ ਨੇ ਜਿਹੜੀਆਂ ਗੱਲਾਂ ਚੁੱਕੀਆਂ ਸੀ, ਜਿਹੜੇ ਜਵਾਬ ਸਵਾਲ ਖੜੇ ਕੀਤੇ ਸੀ ਜਾਂ ਆਮ ਆਦਮੀ ਪਾਰਟੀ ਦੇ ਅੰਦਰੋਂ ਸਵਾਲ ਖੜੇ ਹੋਏ ਸੀ, ਉਹਨਾਂ ਸਵਾਲਾਂ ਦਾ ਕੋਈ ਜਵਾਬ ਨਹੀਂ ਦਿੱਤਾ। ਜੀ, ਅਸੀਂ ਬਹੁਤ ਸੈਸ਼ਨ ਦੇਖਿਆ, ਪਰ ਸੈਸ਼ਨ ਦੇ ਵਿੱਚ ਦੇਖਦੇ ਹਾਂ ਇਹ ਜਿਹੜਾ ਸਵਾਲ ਹੁਣ ਚੁੱਕੇ ਕਰ ਦਿੱਤੇ ਸੀ, ਅਸਲ ਦੇ ਵਿੱਚ ਜਿਹੜਾ ਇਹ ਪਹਿਲਾਂ ਹੋਇਆ ਸੀ, ਇਹ ਇੱਕ ਜਿਹੜਾ 2 ਬਹਿਸਾਂ ਹੋਈਆਂ, ਡਿਬੇਟਾਂ ਹੋਈਆਂ। ਪਹਿਲੀ ਡਿਬੇਟ ਹੋਈ ਸੀਗੀ ਗਵਰਨਰ ਦੇ ਭਾਸ਼ਣ ਤੇ, ਜਿਹਨੂੰ ਅਸੀਂ ਕਹਿ ਸਕਦੇ ਹਾਂ ਗਵਰਨਰ ਦੇ ਮਤੇ ਦੇ ਉੱਤੇ, ਗਵਰਨਰ ਦੇ ਭਾਸ਼ਣ ਦੇ ਉੱਤੇ ਜਿਹੜਾ ਧੰਨਵਾਦ ਮਤਾ ਪੇਸ਼ ਕੀਤਾ ਜਾਂਦਾ ਹੈ, ਉਸ ਧੰਨਵਾਦ ਮਤੇ ਦੇ ਉੱਤੇ ਬਹਿਸ ਹੋਈ ਸੀ। ਦੂਜੀ ਬਹਿਸ ਫਿਰ ਜਿਹੜੀ ਹੈਗੀ ਹੈ ਉਹ ਹੁੰਦੀ ਹੈ ਬਜਟ ਤੇ। ਜੀ, ਬਜਟ ਦੇ ਵਿੱਚ ਉਹਨਾਂ ਨੇ ਕਹਿਤਾ ਜੀ ਅਸੀਂ ਆਹ ਵੀ ਦੇ ਦਾਂਗੇ, ਆਹ ਵੀ ਦੇ ਦਾਂਗੇ, ਟੈਕਸ ਵੀ ਕੋਈ ਨਹੀਂ ਲਾਉਂਦੇ, ਟੈਕਸ ਵੀ ਕੋਈ ਨਹੀਂ ਲਾਉਂਦੇ, ਸੋਮੇ ਸਾਡੇ ਕੋਲ ਹੈ ਨਹੀਂ। ਬਿਲਕੁਲ ਘਾਟੇ ਦਾ ਬਜਟ ਹੈ ਜਿਹੜਾ ਹਜ਼ਾਰਾਂ ਕਰੋੜ ਰੁਪਏ ਦਾ ਘਾਟਾ, ਉਹ ਘਾਟਾ ਪੂਰਾ ਕਿਵੇਂ ਹੋਊਗਾ, ਜੀ, ਉਹ ਪੈਸਾ ਆਊਗਾ ਕਿੱਥੋਂ? ਇਹ ਆਪੋਜੀਸ਼ਨ ਨੇ ਸਵਾਲ ਖੜੇ ਕੀਤੇ ਕਿ ਇਹਦੇ ਬਾਰੇ ਦੱਸੋ। ਇਹਨਾਂ ਨੇ ਕਿਹਾ ਸੀ ਕਿ ਅਸੀਂ 20,000 ਕਰੋੜ ਰੁਪਈਆ ਜਿਹੜਾ ਹੈਗਾ ਉਹ ਮਾਈਨਿੰਗ ਚੋਂ ਕੱਢ ਲਾਂਗੇ। ਉਹ ਕਹਿੰਦੇ ਜੀ ਦੱਸੋ 20,000 ਕਰੋੜ ਰੁਪਈਆ ਕਿਸ ਢੰਗ ਨਾਲ ਕੱਢੋਗੇ। ਫਿਰ ਇਹ ਆ ਗਿਆ ਸੀ ਸ਼ਰਾਬ ਦੇ ਮਾਮਲੇ ਤੇ ਕਿ ਸ਼ਰਾਬ ਦੀ ਜਿਹੜੀ ਹੈਗੀ ਪਾਲਿਸੀ ਅਸੀਂ ਚੇਂਜ ਕਰਾਂਗੇ। ਪਾਲਿਸੀ ਚੇਂਜ ਵੀ ਕਰਤੀ, ਉਸ ਪਾਲਿਸੀ ਦੇ ਸੰਬੰਧ ਵਿੱਚ ਨੋਟਿਸ ਵੀ ਹਾਈ ਕੋਰਟ ਤੋਂ ਹੋ ਗਿਆ। ਬਿਲਕੁਲ ਜੀ, ਠੀਕ ਹੈ। ਉਹਦੇ ਤੇ ਉਹ ਪੁੱਛਦੇ ਆ ਵੀ ਕੀ ਹੈ, ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ। ਇੱਥੋਂ ਤੱਕ ਕਿ ਆਮ ਆਦਮੀ ਪਾਰਟੀ ਦੇ ਕੁਝ MLAs ਨੇ ਵੀ ਜਿਹੜੇ ਸਵਾਲ ਖੜੇ ਕੀਤੇ ਸੀ, ਜਵਾਬ ਉਹਨਾਂ ਦਾ ਵੀ ਨਹੀਂ ਦਿੱਤਾ। ਜੀ, ਇਹ ਆਮ ਤੌਰ ਦੇ ਉੱਤੇ ਜਿਹੜੇ ਧੰਨਵਾਦ ਦੇ ਮਤੇ ਹੁੰਦੇ ਆ ਜਾਂ ਜਿਹੜੇ ਬਜਟ ਦੇ ਮਤੇ ਹੁੰਦੇ ਆ, ਉਹਨਾਂ ਬਜਟ ਦੇ ਮਤੇ ਦੇ ਜਿਹੜੇ ਜਵਾਬ ਦਿੱਤੇ ਜਾਂਦੇ, ਜਿਹੜੀ ਬਹਿਸ ਕੀਤੀ ਜਾਂਦੀ, ਉਸ ਬਹਿਸ ਦੇ ਵਿੱਚ ਲੋਕਾਂ ਦੇ ਜਵਾਬ ਹੋਣੇ ਚਾਹੀਦੇ। ਜੀ, ਅੱਜ ਸ਼ਾਇਦ ਮੈਂ ਅੱਜ ਪਤਾ ਲੱਗੂ ਜੋ ਕੱਲ੍ਹ ਨੂੰ ਆਪਾਂ ਅਖਬਾਰਾਂ ਪੜ੍ਹਾਂਗੇ, ਕਿਉਂਕਿ ਲਾਸਟ ਡੇ ਹੈ ਤੇ ਸਾਡੇ ਜਿਹੜੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਉਹਨਾਂ ਨੇ ਵੀ ਜਵਾਬ ਦਿੱਤਾ ਹੋਣਾ। ਉਸ ਜਵਾਬ ਦੇ ਵਿੱਚ ਕੁਝ ਆਉਂਦਾ ਕਿ ਨਹੀਂ ਆਉਂਦਾ, ਲੇਕਿਨ ਜਿਹੜੇ ਐਲਾਨ ਕੀਤੇ ਆ, ਉਹਨਾਂ ਐਲਾਨਾਂ ਦੀ ਪੂਰਤੀ ਵਾਸਤੇ ਜਿਹੜਾ ਪੈਸਾ ਚਾਹੀਦਾ ਹੈ, ਉਹ ਇੱਕ ਪੰਜਾਬੀ ਦੀ ਕਹਾਵਤ ਹੈ ਕਿ ਦਾੜੀ ਨਾਲੋਂ ਮੁੱਛਾਂ ਵੱਧ ਗਈਆਂ। ਜੀ, ਹੁਣ ਖਰਚਾ ਬਾਹਲਾ ਤੇ ਆਮਦਨ ਘੱਟ ਹੈ, ਇਹ ਖੱਪੇ ਦੀ ਪੂਰਤੀ ਕਿਵੇਂ ਹੋਊਗੀ? ਬਿਲਕੁਲ ਇਹ ਵੱਡਾ ਸਵਾਲ ਹੈ। ਸਵਾਲ ਇਕੱਲਾ ਜੇ ਆਪਾਂ ਕਹਦੇ ਵਿਰੋਧੀ ਧਿਰ ਦੇ MLAs ਦਾ, ਉਹਨਾਂ ਦਾ ਨਹੀਂ, ਆਮ ਲੋਕਾਂ ਦਾ ਵੀ ਸਵਾਲ ਹੈ ਕਿ ਕਿਸੇ ਲੋਕ ਕਿਤੇ ਇਹ ਤਾਂ ਨਹੀਂ ਹੋਣਾ ਕਿ ਜਿਵੇਂ ਪਹਿਲੇ ਕਰਜ਼ਾ ਲਈ ਗਏ ਤੇ ਆਪਾਂ ਕਰਜ਼ਾ ਲਈ ਜਾਵਾਂਗੇ ਤੇ ਹੋਰ ਕਰਜ਼ੇ ਤੇ ਕਰਜ਼ਾ, ਹੋਰ ਕਰਜ਼ੇ ਤੇ ਕਰਜ਼ਾ ਹੀ ਚੜੀ ਜਾਊਗਾ। ਵੈਸੇ ਵੀ ਜੇ ਆਪਾਂ ਦੇਖੀਏ ਤਾਂ ਰਿਜ਼ਰਵ ਬੈਂਕ ਆਫ ਇੰਡੀਆ ਦਾ ਇੱਕ ਜਿਹੜਾ ਸਰਵੇਖਣ ਆਇਆ ਤੇ ਉਹਦੇ ਵਿੱਚ ਉਹਨਾਂ ਨੇ ਪੰਜਾਬ ਦੀ ਸਥਿਤੀ ਨੂੰ ਬੜੀ ਅਲਾਰਮਿੰਗ ਕਿਹਾ। ਅੱਛਾ ਜੀ, ਬਹੁਤ ਅਲਾਰਮਿੰਗ ਸਥਿਤੀ ਹੈ ਪੰਜਾਬ ਦੀ ਆਰਥਿਕ ਪੱਖ ਤੋਂ। ਤੇ ਜਦੋਂ ਇਹ ਸਾਰਾ ਕੁਛ ਆ ਰਿਹਾ ਤੇ ਫਿਰ ਅਸੀਂ ਫ੍ਰੀ ਵੀ ਦੀਆਂ ਗੱਲਾਂ ਵੀ ਕਰੀਏ ਨੇ। ਵੱਡਾ ਹਿੱਸਾ ਤਾਂ ਸਾਡੇ ਬਜਟ ਦਾ ਜਿਹੜਾ ਹੈਗਾ ਉਹ ਜਾਂਦਾ ਤਨਖਾਹਾਂ ਤੇ ਪੈਨਸ਼ਨਾਂ ਦੇ ਵਿੱਚ। ਅੱਛਾ, ਡਿਵੈਲਪਮੈਂਟ ਦੇ ਕੰਮ ਕਿੱਥੋਂ ਹੋਣਗੇ? ਇਹ ਇੱਕ ਬੜਾ ਚਿੰਤਾ ਦਾ ਵਿਸ਼ਾ ਹੈ। ਇਹਦੇ ਤੇ ਇੱਕ ਰੋਡ ਮੈਪ ਕੀ ਹੈ, ਉਹ ਰੋਡ ਮੈਪ ਜਿਹੜਾ ਕੋਈ ਪੇਸ਼ ਨਹੀਂ ਕੀਤਾ। ਉਮੀਦ ਸੀ ਕਿ ਉਹ ਕਰਨਗੇ। ਜੀ ਬਿਲਕੁਲ ਜੀ। ਸੋ ਬਜਟ ਸੈਸ਼ਨ ਲੈ ਕੇ ਲਗਾਤਾਰ ਜਿਹੜੀਆਂ ਚਰਚਾਵਾਂ ਚੱਲ ਹੀ ਰਹੀਆਂ ਨੇ ਕਿ
ਕਿ ਜੇ ਅਸੀਂ ਆਮ ਲੋਕਾਂ ਦੇ ਵਿੱਚ ਵੀ ਦੇਖੀਏ ਤਾਂ ਆਮ ਲੋਕਾਂ ਦਾ ਵੀ ਇਹੀ ਕਹਿਣਾ ਕਿ ਸਰਕਾਰ ਨੇ ਆਹ ਵੀ ਅਨਾਊਂਸ ਕਰ ਦਿੱਤਾ, ਆਹ ਵੀ ਅਨਾਊਂਸ ਕਰ ਦਿੱਤਾ, ਪਰ ਇਹ ਕਰਨਗੇ ਕਿਵੇਂ? ਸੋ ਇਸ ਗੱਲ ਨੂੰ ਲੈ ਕੇ ਆਮ ਲੋਕ ਵੀ ਜਿਹੜੇ ਬਹੁਤ ਹੀ ਜ਼ਿਆਦਾ ਸੋਚ ਰਹੇ ਨੇ। ਦੇਖਦੇ ਆ ਕਿ ਆਮ ਆਦਮੀ ਪਾਰਟੀ ਹੁਣ ਇਸ ਬਾਰੇ ਕੀ ਕਰਦੀ ਹੈ। ਅਤੇ ਇਸੇ ਦੌਰਾਨ ਬਜਟ ਸੈਸ਼ਨ ਦੇ ਵਿੱਚ ਇੱਕ ਹੋਰ ਅਹਿਮ ਗੱਲ ਹੋਈ ਹੈ ਜੀ, ਜਿਹੜੀ ਸਾਡਾ ਧਿਆਨ ਮੰਗਦੀ ਹੈ। ਉਹ ਹੈ ਜੀ ਕੁੰਵਰ ਵਿਜੇ ਪ੍ਰਤਾਪ, ਜਿਹੜੇ ਕਿ ਸਾਬਕਾ ਪੁਲਿਸ ਅਧਿਕਾਰੀ ਨੇ। ਉਹਨਾਂ ਵੱਲੋਂ ਵੀ ਸਵਾਲ ਖੜ੍ਹੇ ਕੀਤੇ ਗਏ ਨੇ ਜੀ ਕੁਝ ਆਪਣੀ ਹੀ ਪਾਰਟੀ ਨੂੰ ਲੈ ਕੇ, ਖਾਸ ਕਰਕੇ ਜੋ ਪੰਜਾਬ ਦੇ ਵਿੱਚ ਮੁੱਦੇ ਚੱਲ ਰਹੇ ਨੇ, ਜਿਵੇਂ ਕਿ ਗੈਂਗਸਟਰਾਂ ਦਾ ਮੁੱਦਾ। ਸੋ ਉਸ ਮੁੱਦੇ ਨੂੰ ਲੈ ਕੇ ਉਸਨੇ ਆਪਣੀ ਹੀ ਸਰਕਾਰ, ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰ ਲਿਆ ਜੀ ਕੁੰਵਰ ਵਿਜੇ ਪ੍ਰਤਾਪ ਨੇ। ਸੋ ਇਹ ਕਿਵੇਂ ਦੇਖਦੇ ਹੋ ਜੀ? ਬਿਲਕੁਲ, ਕੁੰਵਰ ਵਿਜੇ ਪ੍ਰਤਾਪ ਸਿੰਘ ਬੜੇ ਕਾਬਲ ਬੰਦੇ ਆ, ਔਰ ਜਿਸ ਬੰਦੇ ਦੀ ਸਰਵਿਸ ਤੇ 7-8 ਸਾਲ ਰਹਿੰਦੇ ਹੋਣ ਜੀ, ਬੰਦਾ IG ਲੈਵਲ ਦਾ ਅਧਿਕਾਰੀ ਹੋਵੇ ਤੇ ਇਹ ਉਹਨੂੰ ਸਪਸ਼ਟ ਹੋਵੇ, ਲੋਕਾਂ ਨੂੰ ਵੀ ਸਪਸ਼ਟ ਹੋਵੇ ਕਿ ਉਹ ਕਿਸੇ ਦਿਨ DGP ਬਣ ਸਕਦਾ ਹੈ। ਬਿਲਕੁਲ ਜੀ। ਉਹ ਬੰਦਾ ਇਸ ਕਰਕੇ ਅਸਤੀਫਾ ਦੇ ਦਿੰਦਾ ਕਿ ਬੇਅਦਬੀ ਦੇ ਕੇਸਾਂ ਦੇ ਵਿੱਚ ਜਿਹੜੀ ਉਹ ਜਾਂਚ ਕਰ ਰਿਹਾ ਸੀ, ਉਸ ਜਾਂਚ ਦੇ ਵਿੱਚ ਉਹਨੂੰ ਨਾ ਤਾਂ ਸਰਕਾਰ ਦਾ ਸਹਿਯੋਗ ਮਿਲਿਆ ਜੀ, ਨਾ ਸਰਕਾਰ ਦੇ ਕਾਨੂੰਨੀ ਵਿਭਾਗ ਦਾ ਸਹਿਯੋਗ ਮਿਲਿਆ, ਤੇ ਨਾ ਹੀ ਉਹਦੇ ਆਪ ਦੇ ਸਾਥੀਆਂ ਦਾ ਸਹਿਯੋਗ ਮਿਲਿਆ। ਅੱਛਾ ਜੀ। ਤੇ ਜਾਂਚ ਹੈ ਜਿਹੜੀ ਬੇਅਦਬੀ ਦੀ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਸਵਾਲ ਹੈ। ਮੇਰਾ ਖਿਆਲ ਹੈ ਵੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਜਿੰਨਾ ਨਿੱਠ ਕੇ ਕੰਮ ਕੀਤਾ ਤੇ ਜਿੰਨਾ ਉਹ ਸਮਰਪਿਤ ਰਿਹਾ ਉਸ ਜਾਂਚ ਨੂੰ, ਜੀ, ਉਹ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਹੈ। ਤੇ ਫਿਰ ਜਿਵੇਂ ਉਹਨੇ ਇੱਕਦਮ ਜਿਹੜੀ ਆਪਦੀ ਨੌਕਰੀ ਤੋਂ ਅਸਤੀਫਾ ਦਿੱਤਾ ਜਾਂ ਉਹਨੇ ਆਪਣੀ ਪ੍ਰੀ ਮੈਚੁਰ ਰਿਟਾਇਰਮੈਂਟ ਲੈ ਲਈ, ਉਹ ਵੀ ਉਹਨੇ ਕਹਿਤਾ ਕਿ ਮੈਂ ਇਹ ਠੀਕ ਹੈ ਕਿ ਮੈਂ ਬਾਈ ਵਰਥ ਸਿੱਖ ਨਹੀਂ ਹਾਂ। ਪਰ ਇਹ ਗੱਲ ਕਹਿ ਦਿੱਤੀ ਕਿ ਜਿਸ ਸ਼ਹਿਰ ਦੇ ਵਿੱਚ, ਪਟਨਾ ਸਾਹਿਬ ਦੇ ਵਿੱਚ ਸਾਡੇ 10ਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਵਤਾਰ ਧਾਰਿਆ ਸੀ, ਮੈਂ ਵੀ ਉਸੇ ਸੂਬੇ ਬਿਹਾਰ ਤੋਂ ਆਉਣਾ। ਤੇ ਮੇਰੀ ਵੀ ਜਿਹੜੀ ਹੈਗੀ ਪ੍ਰਤੀਬੱਧਤਾ ਗੁਰਬਾਣੀ ਦੇ ਵਿੱਚ ਤੇ ਸਿੱਖੀਜ਼ਮ ਦੇ ਵਿੱਚ ਸਿੱਖ ਗੁਰੂਆਂ ਪ੍ਰਤੀ ਤੇ ਗੁਰੂ ਗ੍ਰੰਥ ਸਾਹਿਬ ਪ੍ਰਤੀ ਜਿਹੜੀ ਹੈਗੀ ਉਹ ਕਿਸੇ ਨੂੰ ਘੱਟ ਨਹੀਂ, ਤੋਲਾ ਮਾਸਾ ਵੱਧਦੀ ਹੋਣੀ ਹੈ। ਜਿਵੇਂ ਉਹਨੇ ਛੱਡਿਆ ਸੀ ਤੇ ਫਿਰ ਉਹਨੂੰ ਆਮ ਆਦਮੀ ਪਾਰਟੀ ਜੁਆਇਨ ਕਰਵਾਇਆ ਗਿਆ। ਪਾਰਟੀ ਜੁਆਇਨ ਕਰਾਉਣ ਤੋਂ ਬਾਅਦ ਉਹਨੂੰ ਟਿਕਟ ਦਿੱਤੀ ਗਈ ਔਰ ਉਹ ਬੰਦਾ MLA ਵੀ ਬਣਿਆ। ਬਹੁਤ ਸਾਰੇ ਲੋਕਾਂ ਨੂੰ ਇਹ ਉਮੀਦ ਸੀ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਗ੍ਰਹਿ ਵਰਗਾ ਕੋਈ ਇੰਪੋਰਟੈਂਟ ਮਹਿਕਮਾ ਦਿੱਤਾ ਜਾਊਗਾ। ਬਿਲਕੁਲ ਜੀ। ਲੇਕਿਨ ਉਹਨਾਂ ਨੂੰ ਕੋਈ ਮਹਿਕਮਾ ਦਿੱਤਾ ਨਹੀਂ ਗਿਆ, ਪਰ ਉਹ ਫਿਰ ਵੀ ਆਪਣੀ ਜ਼ਿੰਮੇਵਾਰੀ ਹੈ ਜਿਹੜੀ ਉਹ ਬਾਖੂਬੀ ਨਿਭਾਉਂਦੇ ਹੈ ਜੀ। MLA ਉਹ ਆਮ ਆਦਮੀ ਪਾਰਟੀ ਦੇ, ਵਿਧਾਨ ਸਭਾ ਦੇ ਮੈਂਬਰ ਵਜੋਂ ਮੈਂ ਸਮਝਦਾ ਕਿ ਸਭ ਤੋਂ ਸ਼ਾਨਦਾਰ ਕਾਰਗੁਜ਼ਾਰੀ ਜੇ ਕਿਸੇ ਦੀ ਹੈ ਵਿਧਾਨ ਸਭਾ 'ਚ ਤਾਂ ਉਹ ਕੁੰਵਰ ਵਿਜੇ ਪ੍ਰਤਾਪ ਦੀ ਹੈ। ਠੀਕ ਹੈ ਜੀ। ਕਿਉਂਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ, ਜਿਵੇਂ ਬਾਬਾ ਨਾਨਕ ਕਹਿੰਦਾ ਸੀ ਮਰਦਾਨਿਆਂ ਛੇੜ ਰਵਾਬ ਨੂੰ, ਉਹਨੇ ਜਿਹੜੀ ਰਵਾਬ ਉੱਥੇ ਪਾਰਲੀਮੈਂਟ ਅਸੈਂਬਲੀ ਦੇ ਵਿੱਚ ਜਾ ਕੇ ਛੇੜੀ ਹੈ, ਉਹਨੇ ਸਰਕਾਰ ਨੂੰ ਵੀ ਕਟਹਿਰੇ 'ਚ ਖੜਾ ਕਰਤਾ। ਬਿਲਕੁਲ ਜੀ। ਉਹਨੇ ਕਿਹਾ ਕਿ ਤੁਸੀਂ ਕਰੀ ਕੀ ਜਾਂਦੇ ਹੋ, ਕਿਸ ਕਿਸਮ ਦੀ ਤੁਹਾਡੀ ਜਿਹੜੀ ਹੈਗੀ ਹੈ ਵਰਕਿੰਗ ਹੈ, ਸਾਡੀ ਸਰਕਾਰ ਦੀ ਵਰਕਿੰਗ ਕਿਹੋ ਜਿਹੀ ਹੈ। ਖਾਸ ਕਰਕੇ ਉਹਨੇ ਲਾਰੈਂਸ ਬਿਸ਼ਨੋਈ ਨੂੰ ਜਦੋਂ ਪੰਜਾਬ ਲੈ ਕੇ ਆਂਦਾ ਹੈ, ਉਹ ਮਾਮਲਾ ਉਹਨੇ ਚੁੱਕਿਆ। ਲਾਰੈਂਸ ਬਿਸ਼ਨੋਈ ਦਾ ਤੁਹਾਨੂੰ ਪਤਾ ਵੀ ਲਗਭਗ 2 ਹਫ਼ਤਿਆਂ ਦੀ ਪੁੱਛਗਿੱਛ ਜਿਹੜੀ ਹੈ ਦਿੱਲੀ ਪੁਲਿਸ ਨੇ ਕੀਤੀ, ਫਿਰ ਮੈਂ 1.5 ਹਫ਼ਤਾ ਪੰਜਾਬ ਵਾਲਿਆਂ ਨੇ ਵੀ ਕੀਤੀ, ਆਪਣੇ ਮਾਨਸਾ ਵਾਲਿਆਂ ਨੇ ਵੀ ਕੀਤੀ ਹੈ। ਨਾ ਮਾਨਸਾ ਵਾਲਿਆਂ ਨੇ ਕੀਤੀ ਤਾਂ ਪੰਜਾਬ ਪੁਲਿਸ ਨਹੀਂ ਹੈ। ਉਹਦਾ ਹੁਣ ਰਿਮਾਂਡ ਲੈ ਕੇ ਚਲੇ ਗਏ ਸੀ ਅੰਮ੍ਰਿਤਸਰ ਵਾਲੇ। ਹਾਂਜੀ, ਇੱਥੋਂ ਟ੍ਰਾਂਜਿਟ ਰਿਮਾਂਡ ਲੈ ਲਿਆ ਸੀ, ਉੱਥੇ ਜਾ ਕੇ ਉਹਨਾਂ ਦਾ ਰਿਮਾਂਡ ਹੋਰ ਮਿਲ ਗਿਆ ਸੀ। ਔਰ ਉੱਥੇ ਜਿਸ ਤਰ੍ਹਾਂ ਦਾ ਉਹਨੂੰ ਪੇਸ਼ ਕੀਤਾ ਗਿਆ ਜਿਸ ਰੂਪ ਦੇ ਵਿੱਚ, ਉਹਦੇ ਤੇ ਕੁੰਵਰ ਵਿਜੇ ਪ੍ਰਤਾਪ ਨੂੰ ਬਹੁਤ ਇਤਰਾਜ਼ ਹੈ। ਜੀ। ਕੁੰਵਰ ਵਿਜੇ ਪ੍ਰਤਾਪ ਸਿੰਘ ਕਹਿੰਦੇ ਆ ਕਿ ਉਹਨੂੰ VVIP ਟੈਗ ਦੇਤਾ। ਅੱਛਾ ਜੀ। ਦੇਖੋ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਉਹਦੀ ਜਾਨ ਬਚਾਉਣੀ ਜ਼ਰੂਰੀ ਹੈ, ਉੱਥੇ ਕੋਈ ਅਟੈਕ ਨਾ ਹੋ ਜੇ, ਪਰ ਉਹਦੀ ਜਾਨ ਬਚਾਉਣ ਵਾਸਤੇ ਇੰਨਾ ਪ੍ਰਬੰਧ ਕੀਤਾ ਜਾਵੇ ਕਿ ਬਖਤਰਬੰਦ ਗੱਡੀਆਂ 4-4 5-5 ਗੱਡੀਆਂ ਜਾ ਰਹੀਆਂ। ਉਸ ਬੰਦੇ ਨੂੰ ਜਿਹੜੀ ਹੈਗੀ ਹੈ ਬੁਲਟ ਪ੍ਰੂਫ ਜੈਕਟ ਵੀ ਪਹਿਨਾਈ ਜਾਂਦੀ ਹੈ। ਅੱਛਾ। ਔਰ ਉਹਨੂੰ ਪੂਰਾ ਜਿਹੜਾ ਹੈਗਾ, ਜਿਹੜੇ ਮੁੰਡੇ ਡਿਊਟੀ ਤੇ ਗਏ ਹੋਏ ਪੁਲਿਸ ਕਰਮਚਾਰੀ, ਉਹਨਾਂ ਬਾਰੇ ਜਦੋਂ ਪੁੱਛਿਆ ਜਾਂਦਾ ਉਹ ਕਾਹਦੇ ਤੇ ਗਏ, ਕੋਈ ਨਹੀਂ ਕਹਿੰਦਾ ਕਿ ਕਿਸੇ ਗੈਂਗਸਟਰ ਦੀ, ਬਦਮਾਸ਼ ਦੀ ਡਿਊਟੀ ਤੇ ਗਏ। ਉਹ ਕਹਿੰਦੇ ਜੀ VVIP ਡਿਊਟੀ ਤੇ ਗਏ। ਅੱਛਾ। VVIP ਕੌਣ ਹੁੰਦੇ? ਜੇ VVIP ਆਪਾਂ ਦੇਖੀਏ, ਪ੍ਰਧਾਨ ਮੰਤਰੀ ਆਵੇ ਦੇਸ਼ ਦਾ, ਗ੍ਰਹਿ ਮੰਤਰੀ ਆਵੇ ਉਹ VVIP ਹੈ, ਰਾਸ਼ਟਰਪਤੀ ਆਵੇ ਉਹ ਹੈ, ਜਾਂ ਸਟੇਟ ਦਾ ਮੁੱਖ ਮੰਤਰੀ ਆਵੇ ਆਪਾਂ ਉਹਨੂੰ VVIP ਕਹਾਂਗੇ। ਤੇ ਜੇ ਇੱਕ ਗੈਂਗਸਟਰ ਨੂੰ VVIP ਦਾ ਜਿਹੜਾ ਟੈਗ ਦੇਣਾ ਹੈ, ਇਹ ਬਹੁਤ ਮਾੜੀ ਗੱਲ ਹੈ। ਇਹ ਗੱਲ ਉਹਨੇ ਕੱਲ ਉੱਥੇ ਉਠਾਈ ਹੈ, ਔਰ ਉਹਨੇ ਉਠਾਉਂਦੇ ਗੱਲ ਇਹ ਕਹੀ ਹੈ ਕਿ ਇਹ ਨੋਟ ਕਰੋ, ਜਿਹੜੀ ਉਹਨੂੰ ਇਹ VVIP ਟ੍ਰੀਟਮੈਂਟ ਦਿੱਤਾ ਜਾ ਰਿਹਾ, ਇਹਦਾ ਅਸਰ ਜਿਹੜਾ ਹੈਗਾ ਸਾਡੀ ਜਵਾਨੀ 'ਤੇ ਪੈ ਸਕਦਾ ਨਾ ਪੱਖੀ। ਜੀ। ਆਮ ਜਿਹੜੇ ਨੌਜਵਾਨ ਜਦੋਂ ਉਹ ਦੇਖਦੇ ਆ ਕਿ ਯਾਰ ਲਾਰੈਂਸ ਬਿਸ਼ਨੋਈ ਦੀ ਇੰਨੀ ਪੁੱਛਗਿੱਛ, ਬਿਲਕੁਲ ਜੀ, ਇੱਕ ਪ੍ਰਧਾਨ ਮੰਤਰੀ ਵਾਂਗੂ ਬੰਦੇ ਉਹਨੂੰ, ਔਰ ਇਹਦੇ ਨਾਲ ਤੁਸੀਂ ਇਹ ਦੇਖੋ ਕਿ ਸਿੱਧੂ ਮੂਸੇਵਾਲਾ ਜਿਹੜਾ ਅੰਤਰਰਾਸ਼ਟਰੀ ਪ੍ਰਸਿੱਧੀ ਵਾਲਾ ਬੰਦਾ ਸੀ, ਉਹਦੀ ਸਿਕਿਉਰਿਟੀ ਦੇ ਵਿੱਚ ਕੱਟ ਲੱਗਦੀ ਹੈ। ਜੀ। ਔਰ ਇਕੱਲੀ ਕੱਟ ਨਹੀਂ ਲੱਗਦੀ, ਫਿਰ ਉਹਨੂੰ ਪ੍ਰਸਾਰਿਤ ਕੀਤਾ ਜਾਂਦਾ ਹੈ। ਬਿਲਕੁਲ। ਇਹ ਦੱਸਿਆ ਜਾਂਦਾ ਕਿ ਉਹਦੀ ਸਿਕਿਉਰਿਟੀ ਘਟਾਤੀ, ਉਹਦੇ ਕੋਲ 4 ਗਨਮੈਨ ਸੀ, ਉਹਦੇ ਕੋਲ ਰਹਿ ਗਏ 2 ਗਨਮੈਨ। ਔਰ ਇਹਨੂੰ ਜਿਹੜੀ ਉਹਨੇ ਗੱਲ ਕੀਤੀ ਕਿ ਇਸ ਬੰਦੇ ਨੂੰ ਤੁਸੀਂ ਜਿਹੜਾ VVIP ਟ੍ਰੀਟਮੈਂਟ ਦਿੰਦੇ ਹੋ, ਉਹਨੇ
ਇੱਕ ਸਿੱਧਾ ਨਿਸ਼ਾਨਾ ਲਾਇਆ ਆਪਦੀ ਸਰਕਾਰ ਤੇ, ਆਪਦੀ ਜੀ ਸਰਕਾਰ ਨੂੰ ਕਟਹਿਰੇ 'ਚ ਖੜਾ ਕੀਤਾ ਕਿ ਉਹ ਮੁੰਡੇ ਦੀ ਸਿਕਿਉਰਿਟੀ ਘਟਾਈ ਕਿਉਂ। ਮੈਨੂੰ ਪਤਾ ਹੈ ਕਿ ਜਦੋਂ ਕੋਈ ਵੀ ਬੰਦਾ ਆਮ ਆਦਮੀ ਪਾਰਟੀ ਦਾ, ਭਗਵੰਤ ਸਿੰਘ ਮਾਨ ਨੇ ਵੀ ਅਪਰੋਚ ਨਹੀਂ ਕੀਤਾ ਸੀ ਉਸ ਪਰਿਵਾਰ ਦੇ ਨਾਲ, ਹਾਂ ਦਾ ਨਾਰਾ ਨਹੀਂ ਮਾਰਿਆ ਸੀ ਜੀ, ਉਦੋਂ ਜੇ ਕੋਈ ਬੰਦਾ ਸਭ ਤੋਂ ਪਹਿਲਾਂ ਆਇਆ ਸੀ ਤਾਂ ਉਹ ਮੁੰਡਾ ਗੁਰਪ੍ਰੀਤ ਆ ਬਣਾਵਾਲੀ ਤੋਂ। ਬਿਲਕੁਲ ਜੀ, ਉਸ ਹਲਕੇ ਦਾ MLA ਵੀ ਹੈ ਸਰਦੂਲਗੜ੍ਹ ਦਾ। ਮੋਰਓਵਰ ਉਹਨਾਂ ਦੇ ਪਰਿਵਾਰ ਨਾਲ ਉਹਦੀ ਨੇੜਤਾ ਵੀ ਸੀ, ਠੀਕ ਉਹਦਾ ਹੈ ਵਿਰੋਧ ਵੀ ਹੋਇਆ ਕਿਸੇ ਹੱਦ ਤੱਕ, ਲੇਕਿਨ ਉਹ ਬੰਦਾ ਆਇਆ, ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਥੋੜ੍ਹਾ ਬਹੁਤਾ ਉਹਨੇ ਭਾਗ ਲਿਆ। ਜੀ ਲੇਕਿਨ ਇਲਾਕੇ ਤੋਂ ਬਾਹਰਲਾ ਜੇ ਕੋਈ ਬੰਦਾ ਆਇਆ ਸੀ ਮੂਸੇਵਾਲਾ ਪਿੰਡ ਦੇ ਵਿੱਚ, ਮੂਸੇ ਪਿੰਡ 'ਚ ਜਾ ਕੇ ਮਿਲਿਆ ਸਰਦਾਰ ਬਲਕੌਰ ਸਿੰਘ ਨੂੰ ਤੇ ਸ਼ੁਭਦੀਪ ਦੀ ਮਾਤਾ ਬੀਬੀ ਚਰਨ ਕੌਰ ਨੂੰ, ਤਾਂ ਉਹ ਸਿਰਫ ਕੁੰਵਰ ਵਿਜੇ ਪ੍ਰਤਾਪ ਸਿੰਘ ਸੀ। ਠੀਕ ਹੈ ਜੀ, ਇਹ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ, ਉਹਨੇ ਕੋਈ ਅਖਬਾਰ ਦੇ ਵਿੱਚ ਆਪਦੀ ਕੋਈ ਕਿਸੇ TV ਚੈਨਲ ਦੇ ਉੱਤੇ ਬਿਨਾਂ ਚਰਚਾ ਨਹੀਂ ਹੋਈ, ਕੋਈ ਠੀਕ ਹੈ ਚਰਚਾ ਨਹੀਂ ਹੋਈ। ਮੈਨੂੰ ਪਤਾ ਇਸ ਗੱਲ ਦਾ, ਬਠਿੰਡੇ ਦੇ ਵਿੱਚ ਦੀ ਹੋ ਕੇ ਗਏ ਹੈ ਉਹ ਵਾਪਸ ਜੋ ਜਾ ਰਹੇ ਸੀ, ਜੀ, ਔਰ ਮੇਰੀ ਉਹਨਾਂ ਨਾਲ ਭਾਵੇਂ ਸਿੱਧੀ ਗੱਲ ਨਹੀਂ ਹੋਈ, ਲੇਕਿਨ ਜਿਹੜੀ ਮੇਰੇ ਕੋਲ ਫੀਡਬੈਕ ਪਹੁੰਚੀ ਹੈ, ਜਿਨ੍ਹਾਂ ਲੋਕਾਂ ਦੀ ਗੱਲਬਾਤ ਹੋਈ ਹੈ, ਉਹ ਕਹਿੰਦੇ ਆ ਵੀ ਸਥਾਨਕ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਸੀ ਅੱਛਾ ਜੀ, ਕਿ ਕੁੰਵਰ ਸਾਹਿਬ ਤੁਸੀਂ ਜਾਓ ਨਾ, ਤੁਹਾਡਾ ਵਿਰੋਧ ਹੋਊਗਾ। ਤੇ ਜੀ ਉਦੋਂ ਵੀ ਕੁੰਵਰ ਵਿਜੇ ਪ੍ਰਤਾਪ ਨੇ ਕਿਹਾ ਸੀ, ਕਹਿੰਦਾ ਲੋਕਾਂ ਨੇ ਸਾਨੂੰ ਵੋਟਾਂ ਨਹੀਂ ਪਾਈਆਂ, ਜੀ, ਉਹਨਾਂ ਨੇ ਸਾਨੂੰ ਜ਼ਿੰਮੇਵਾਰੀ ਦਿੱਤੀ ਹੈ ਤਾਂ ਵਿਰੋਧ ਫਿਰ ਸਾਡਾ ਹੋਊਗਾ। ਮੈਂ ਠੀਕ ਵਿਰੋਧ ਹੈ। ਚੱਲਣ ਨੂੰ ਤਿਆਰ ਹਾਂ, ਲੇਕਿਨ ਇੱਕ ਨੌਜਵਾਨ ਮੁੰਡਾ ਮਰਿਆ ਸੀ, ਜਵਾਬ ਦੇ ਉਹਦੇ ਮਾਪਿਆਂ ਕੋਲ ਜਾ ਕੇ ਆਪਣਾ ਜਿਹੜਾ ਹੈਗਾ ਦੁੱਖ ਪ੍ਰਗਟ ਕਰਕੇ ਆਊਂ। ਉਹਨਾਂ ਬੰਦੇ ਨੇ ਕੀਤਾ, ਤੇ ਕੱਲ੍ਹ ਵੀ ਵਿਧਾਨ ਸਭਾ ਦੇ ਵਿੱਚ ਜਿਸ ਢੰਗ ਦੇ ਨਾਲ ਉਸ ਬੰਦੇ ਨੇ ਆਪਣਾ ਮਤ ਰੱਖਿਆ, ਜੀ ਸਹੀ ਮਿਹਨਤ ਜਿਹੜੀ ਉਹਨੇ ਆਪਦੀ ਆਜ਼ਾਦਾਨਾ ਅਪਰੋਚ ਅਪਣਾਈ ਹੈ। ਆਪਦੀ ਸਰਕਾਰ ਤਾਂ ਸਰਕਾਰ ਹੋਵੇ, ਵਿਧਾਇਕ ਹੈ, ਬਿਲਕੁਲ ਜੀ, ਵਿਧਾਇਕ ਨੇ ਸਾਰਿਆਂ ਵਿਧਾਇਕਾਂ ਨੇ ਸਵਾਲ ਪੁੱਛਣੇ ਜੀ ਉਹ ਵੀ ਹੈ। ਵੈਸੇ ਜੇ ਆਪਾਂ ਦੇਖੀਏ, ਮੁੰਡਾ ਲਾਭ ਸਿੰਘ ਉਗੋਕੇ ਹੈ ਜੀ, ਭਦੌੜ ਤੋਂ, ਜਿਹੜਾ ਹੈਗਾ ਉਹਨੇ ਵੀ ਜਿਹੜਾ ਐਜੂਕੇਸ਼ਨ ਮਿਨਿਸਟਰ ਮੀਤ ਹੇਅਰ ਹਾਂਜੀ, ਤੇ ਖੇਡਾਂ ਦੇ ਮੰਤਰੀ ਵੀ ਹੈ, ਉਹਨੇ ਵੀ ਬਹੁਤ ਵਧੀਆ ਉਹਦੀ ਪਰਫਾਰਮੈਂਸ ਰਹੀ ਹੈ। ਉਹਨੇ ਵੀ ਆਪਦੇ ਇਲਾਕੇ ਦੇ ਵਿੱਚ ਕਿਹਾ ਜੀ ਸਾਡੇ ਤਾਂ ਹੈ ਹੀ ਨਹੀਂ ਗੇ ਸਟੇਡੀਅਮ ਹੀ ਹੈ ਨਹੀਂ ਗੇ, ਗਰਾਊਂਡਾਂ ਹੀ ਹੈ ਨਹੀਂ ਗੀਆਂ। ਠੀਕ ਹੈ ਜੀ, ਇਹਨਾਂ ਨੇ ਕਿਹਾ, ਮੀਤ ਹੇਅਰ ਨੇ, ਕਹਿੰਦੇ ਜੀ ਭਦੌੜ ਹੈਗਾ ਤਾਂ ਹੈ ਇੱਕ ਨਗਰ ਕੌਂਸਲ ਦਾ, ਉਹ ਕਹਿੰਦਾ ਜੀ 68 ਕਿਲੋਮੀਟਰ ਲੰਬਾ ਹੈ ਮੇਰਾ ਹਲਕਾ, ਜੀ ਭਦੌੜ ਇੱਕ ਪਾਸੇ ਆ ਗਿਆ, ਸਾਰੇ ਹਲਕੇ ਦੇ ਵਿੱਚ ਨਹੀਂ ਨਾ ਹੈ, ਗੱਲ ਉਹਦੀ ਬਿਲਕੁਲ ਕਰੋ। ਔਰ ਫਿਰ ਮੀਤ ਨੂੰ ਕਹਿਣਾ ਪਿਆ ਕਿ ਕੋਈ ਨਹੀਂ MLA ਸਾਹਿਬ ਜਿੱਥੇ ਚਾਹੋਗੇ ਉੱਥੇ ਅਸੀਂ ਕਰਾਂਗੇ। ਬਹੁਤ ਵਧੀਆ ਗੱਲ ਹੈ ਕਿ ਨਵੇਂ ਬੰਦੇ ਆ ਕੇ ਜਿਹੜੀ ਉਹ ਗੱਲ ਰੱਖਦੇ ਆ। ਸਾਡੇ ਜਗਰੂਪ ਸਿੰਘ ਗਿੱਲ ਹੈ ਜੀ, ਜਗਰੂਪ ਸਿੰਘ ਗਿੱਲ ਹੋਰਾਂ ਨੇ ਕਿੱਡੇ ਵਧੀਆ ਤਰੀਕੇ ਦੇ ਨਾਲ ਗੱਲ ਰੱਖੀ, ਔਰ ਬੜੀ ਉਹਨਾਂ ਨੇ ਜ਼ਬਰਦਸਤ ਗੱਲ ਰੱਖੀ ਹੈ। ਉਹ ਗੱਲ ਇਹ ਹੈ ਕਿ ਪੁਰਾਣੇ ਜਿਹੜੇ ਸ਼ਹਿਰ ਹੈ, ਇਹਨਾਂ ਸ਼ਹਿਰਾਂ ਦੇ ਵਿੱਚ ਲੋਕਾਂ ਨੂੰ ਪਹਿਲਾਂ ਇਹ ਜਾਇਦਾਦਾਂ ਸਾਰੀਆਂ ਰਾਜਾ ਮਹਾਰਾਜਿਆਂ ਦੀਆਂ ਹੁੰਦੀਆਂ ਸੀ। ਬਿਲਕੁਲ ਜੀ, ਸ਼ਹਿਰ ਦੇ ਵਿੱਚ ਮਕਾਨਾਂ ਵਾਸਤੇ, ਦੁਕਾਨਾਂ ਵਾਸਤੇ ਜਿਹੜੀ ਜਗ੍ਹਾ ਹੈ ਉਹ ਰਾਜੇ ਮਹਾਰਾਜੇ ਦੇ ਦਿੰਦੇ ਸੀ। ਉਹ ਥੋੜੇ ਦੇ ਦਿੰਦੇ ਸੀ, ਆ ਲਓ ਜੀ 5 ਰੁਪਈਆਂ 'ਚ ਦੇਤੀ ਜੀ, 3 ਰੁਪਈਆਂ 'ਚ ਦੇਤੀ, 2 ਰੁਪਈਆਂ 'ਚ ਦੇਤੀ। ਉਹਦਾ ਰੈਵਨਿਊ ਰਿਕਾਰਡ ਕੋਈ ਨਹੀਂ ਜੀ, ਉਹਦਾ ਰਿਕਾਰਡ ਸਾਰੇ ਦਾ ਸਾਰਾ ਮਿਊਨਿਸਪਲ ਕਮੇਟੀ 'ਚ ਹੈ। ਮਿਊਨਿਸਪਲ ਕਮੇਟੀ ਦੇ ਵਿੱਚ ਨੰਬਰ ਲੱਗੇ ਹੁੰਦੇ ਸੀ। ਠੀਕ ਹੈ ਜੀ, 2013 ਤੱਕ ਮਿਊਨਿਸਪਲ ਕਮੇਟੀ ਦੇ ਵਿੱਚ ਇੱਕ ਅਸੈਸਮੈਂਟ ਰਜਿਸਟਰ ਹੁੰਦਾ ਸੀ, ਉਹਦੇ ਵਿੱਚੋਂ ਸਾਰਾ ਲੱਗਿਆ ਹੁੰਦਾ ਸੀ, ਨੰਬਰ ਲੱਗਿਆ ਸੀ। ਲੇਕਿਨ 2013 ਤੋਂ ਬਾਅਦ ਅਸੈਸਮੈਂਟ ਰਜਿਸਟਰ ਹੋ ਗਏ ਬੰਦ। ਅੱਛਾ ਜੀ, ਔਰ ਸਰਕਾਰ ਨੇ ਸਿੱਧਾ ਪ੍ਰਾਪਰਟੀ ਟੈਕਸ ਲੈਣਾ ਸ਼ੁਰੂ ਕਰ ਦਿੱਤਾ ਜੀ। ਹੁਣ ਪ੍ਰਾਪਰਟੀ ਟੈਕਸ ਲੈਣਾ ਸ਼ੁਰੂ ਹੋ ਗਿਆ। ਉਹਨਾਂ ਨੇ ਦੁਕਾਨਾਂ ਆਪਣੀਆਂ ਵੇਚਣੀਆਂ ਵੀ, ਰਜਿਸਟਰੀ ਉਹਦੀ ਹੁੰਦੀ ਕੋਈ ਨਹੀਂ। ਠੀਕ ਹੈ ਜੀ, ਕਿਸੇ ਨੇ ਘਰ ਵੇਚਣਾ, ਦੁਕਾਨ ਵੇਚਣਾ, ਉਹ ਸਾਰਾ ਕੁਝ ਕਰਨ ਜਾਊ ਕਿਵੇਂ? ਔਰ ਜਗਰੂਪ ਸਿੰਘ ਗਿੱਲ ਨੇ ਉਹ ਵੀ ਗੱਲ ਉਠਾਈ, ਉਹ ਕਹਿੰਦੇ ਜੀ ਆਹ ਦੇਖੋ, ਆ ਕਿੱਡੀ ਵੱਡੀ ਗੱਲ ਹੈ ਜੀ, ਇਹਦਾ ਇੱਕ ਰੈਵਨਿਊ ਵਿੰਗ ਵੀ ਬਣਨਾ ਚਾਹੀਦਾ ਮਿਊਨਿਸਪੈਲਿਟੀ ਦੇ ਅੰਦਰ। ਠੀਕ ਹੈ ਜੀ, ਜਿੱਥੇ ਪਟਵਾਰੀ ਵਗੈਰਾ ਹੋਣ ਸੀ, ਉਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ, ਜਿਹੜੇ ਲੋਕਾਂ ਦੇ ਘਰ ਵਗੈਰਾ ਦੁਕਾਨਾਂ, ਉਹਨਾਂ ਦਾ ਹਿਸਾਬ ਕਿਤਾਬ ਆਪਦੀਆਂ ਰਜਿਸਟਰੀਆਂ ਕਰਵਾ ਸਕਣ ਜੀ। ਕਿਸੇ ਨੇ ਕੋਈ ਲੋਨ ਲੈਣਾ, ਸਾਰਾ ਕੁਝ ਕਰਨਾ। ਸੋ ਕੁੱਲ ਮਿਲਾ ਕੇ ਜੇ ਆਪਾਂ ਦੇਖੀਏ ਤਾਂ ਇਸ ਜਿਹੜੀ ਹੈਗੀ ਅਸੈਂਬਲੀ ਦੇ ਵਿੱਚ ਚੰਗੇ ਮਤਲਬ ਜਿਹੜੇ ਹੈਗੇ ਕੁਛ ਹੈਗੇ ਲੋਕ ਜਿਹੜੇ ਜਿਨ੍ਹਾਂ ਦਾ ਲੋਕਾਂ ਨੂੰ ਦਰਦ ਵੀ ਹੈ, ਉਹ ਆਪਾਂ ਨੂੰ ਕਿਉਂ ਦੇਖੋ ਜਿਹੜੀ ਚੰਗੀ ਗੱਲ ਹੈ ਸਰਕਾਰ ਦੀ ਜਾਂ ਵਿਧਾਇਕਾਂ ਦੀ, ਸਾਨੂੰ ਚੰਗੀ ਗੱਲ ਕਹਿਣੀ ਪੈਣੀ ਹੈ। ਬਿਲਕੁਲ ਜੀ, ਉਹ ਅਸੀਂ ਉਹਨਾਂ ਨੂੰ ਐਪਰੀਸ਼ੀਏਟ ਵੀ ਕਰਦੇ ਹਾਂ। ਕੁੰਵਰ ਵਿਜੇ ਪ੍ਰਤਾਪ ਸਿੰਘ ਹੋਵੇ, ਚਾਹੇ ਲਾਭ ਸਿੰਘ ਉਗੋਕੇ ਹੋਵੇ, ਚਾਹੇ ਜਗਰੂਪ ਸਿੰਘ ਗਿੱਲ ਹੋਵੇ। ਔਰ ਮੈਂ ਤਾਂ ਇਹ ਵੀ ਕਹੂੰਗਾ, ਮੈਂ ਤਾਂ ਹੁਣ ਚੰਡੀਗੜ੍ਹ ਵੀ ਜਾ ਕੇ ਦੇਖ ਕੇ ਆਇਆ, ਮੈਨੂੰ ਬੜੀ ਖੁਸ਼ੀ ਹੋਈ ਕਿ ਸਾਰੀ ਅਸੈਂਬਲੀ ਦੇ ਵਿੱਚੋਂ 117 MLA ਦੇ ਵਿੱਚੋਂ ਸਿਰਫ 2 MLA ਹੈ। ਅੱਛਾ ਜੀ, ਜਿਨ੍ਹਾਂ 2 MLA ਨੇ ਕੋਈ ਸਰਕਾਰੀ ਗੱਡੀ ਨਹੀਂ ਲਈ ਤੇ ਕੋਈ ਸਿਕਿਉਰਿਟੀ ਨਹੀਂ ਲਈ। ਠੀਕ ਹੈ ਜੀ, ਉਹ ਹੈਗੇ ਗੁਰਮੀਤ ਸਿੰਘ ਖੁੱਡੀਆਂ ਲੰਬੀ ਤੋਂ, ਜਿਨ੍ਹਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਇਆ, ਤੇ ਜਾਂ ਦੂਜੇ ਨੰਬਰ ਤੇ ਜਗਰੂਪ ਸਿੰਘ ਗਿੱਲ ਜੀ। ਔਰ ਇਤਫਾਕ ਇਹ ਵੀ ਦੇਖੋ ਕਿ 3 ਬੰਦੇ ਆ ਜਿਨ੍ਹਾਂ ਨੇ 3 ਥੰਮਾਂ ਨੂੰ ਹਰਾਇਆ। ਬਿਲਕੁਲ ਜੀ, ਸਰਦਾਰ ਗੁਰਮੀਤ ਸਿੰਘ ਖੁੱਡੀਆਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਇਆ ਜੀ। ਔਰ ਗੋਲਡੀ ਗੁਰੂ ਹਰਸਾਏ ਤੋਂ ਗੋਲਡੀ ਹੈ ਜੀ, ਉਹਨੇ ਹਰਾਇਆ ਹੈ ਸੁਖਬੀਰ ਸਿੰਘ ਬਾਦਲ ਨੂੰ। ਔਰ ਤੀਜਾ ਬਾਦਲ ਪਰਿਵਾਰ ਦਾ ਜਿਹੜਾ ਅਹਿਮ ਮੈਂਬਰ ਹੈ, ਵਿੱਤ ਮੰਤਰੀ, ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਉਹਨੂੰ ਹਰਾਇਆ ਜਗਰੂਪ ਸਿੰਘ ਗਿੱਲ ਨੇ। ਔਰ ਇਤਫਾਕਨ ਇਹਨਾਂ ਤਿੰਨਾਂ ਦੇ ਫਲੈਟ ਵੀ ਜਿਹੜੇ ਇਹਨਾਂ ਨੂੰ ਫਲੈਟ ਮਿਲੇ ਹੈ, ਉਹ ਫਲੈਟ ਵੀ ਨਾਲ ਹੀ ਹੈ। ਅੱਛਾ ਜੀ, ਜੀ ਜੀ ਜੀ, ਬਿਲਕੁਲ ਜੀ। ਸੋ ਅਸੀਂ ਵੀ ਇਹੀ ਆਸ ਰੱਖਦੇ ਹਾਂ ਕਿ ਪੰਜਾਬ ਦੇ ਵਿੱਚ ਜਿਹੜੇ ਵੀ
ਵਿਧਾਇਕ ਨੇ ਉਹ ਅੱਜ ਆਪਣੀ ਜ਼ਿੰਮੇਵਾਰੀ ਬਿਲਕੁਲ ਸਹੀ ਤਰੀਕੇ ਨਾਲ ਨਿਭਾਉਣ, ਕਿਉਂਕਿ ਲੋਕਤੰਤਰ ਹੈ ਜੀ ਅਤੇ ਲੋਕ ਬਦਲਾਅ ਦੇ ਨਾਲ ਜਿੱਥੇ ਵੋਟਾਂ ਪਾਉਂਦੇ ਨੇ ਉੱਥੇ ਹੀ ਲੋਕਾਂ ਦੀ ਇਹੀ ਇੱਛਾ ਹੁੰਦੀ ਹੈ ਕਿ ਉਹਨਾਂ ਦੇ ਮਸਲੇ ਹੱਲ ਹੋਣ। ਸੋ ਵਿਧਾਇਕ ਜਿੰਨਾ ਲੋਕਾਂ ਦੇ ਨੇੜੇ ਰਹਿਣਗੇ, ਜਿੰਨਾ ਉਹਨਾਂ ਦੇ ਮੁੱਦੇ ਉਠਾਉਣਗੇ, ਓਨਾ ਹੀ ਸਾਰਿਆਂ ਦੇ ਲਈ ਚੰਗਾ ਹੋਵੇਗਾ। ਫਿਲਹਾਲ ਇਹਨਾਂ ਸਾਰੀਆਂ ਮਹੱਤਵਪੂਰਨ ਖਬਰਾਂ ਦੇ ਉੱਤੇ ਗੱਲਬਾਤ ਕਰਨ ਦੇ ਲਈ, ਵਿਸ਼ਲੇਸ਼ਣ ਦੇ ਲਈ ਸਰਦਾਰ ਬਖਤਾਵਰ ਸਿੰਘ ਢਿੱਲੋਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ, ਮਿਹਰਬਾਨੀ ਜੀ। ਸੋ ਪਿਆਰੇ ਸਰੋਤਿਓ, ਇਸ ਦੇ ਨਾਲ ਹੀ ਹੁਣ ਵੇਲਾ ਹੋ ਗਿਆ ਜੀ ਇੱਕ ਬ੍ਰੇਕ ਦਾ, ਅਤੇ ਅਸੀਂ ਮਿਲਾਂਗੇ ਜੀ ਬ੍ਰੇਕ ਤੋਂ ਬਾਅਦ। ਅਤੇ ਬ੍ਰੇਕ ਤੋਂ ਬਾਅਦ ਜਿਹੜਾ ਪਹਿਲਾ ਹਿੱਸਾ ਹੋਏਗਾ ਉਸ ਦੇ ਦੌਰਾਨ ਸਾਡੇ ਨਾਲ ਸ਼ਿਵਿੰਦਰ ਜੀ ਜੁੜਨਗੇ ਜੀ। ਉਹਨਾਂ ਦੇ ਨਾਲ ਵੀ ਕੁਝ ਖਾਸ ਅਤੇ ਅਹਿਮ ਖਬਰਾਂ ਦੇ ਉੱਤੇ ਦੇਸ਼ ਅਤੇ ਸੂਬੇ ਨਾਲ ਜਿਹੜੀਆਂ ਸੰਬੰਧਿਤ ਨੇ ਉਹਨਾਂ ਦੇ ਉੱਤੇ ਚਰਚਾ ਕਰਾਂਗੇ ਜੀ। ਫਿਲਹਾਲ ਲੈਂਦੇ ਹਾਂ ਜੀ ਅਸੀਂ ਇੱਕ ਬ੍ਰੇਕ। ਤੁਸੀਂ ਸੁਣਦੇ ਰਹੋ ਰੇਡੀਓ ਪੰਜਾਬ ਟੂਡੇ। ਸ਼ਮਾਦਾਨ। ਜੀ ਹਾਂ, ਅਕਾਲ ਟਰੱਕ ਐਂਡ ਟ੍ਰੇਲਰ ਸੈਂਟਰ ਵਿਨੀਪੈਗ ਕੈਨੇਡਾ, ਜਿਹੜੇ ਹਰ ਤਰ੍ਹਾਂ ਦੀ ਮੇਜਰ ਤੇ ਮਾਈਨਰ ਟਰੱਕ ਐਂਡ ਟ੍ਰੇਲਰ ਰਿਪੇਅਰ ਕਰਦੇ ਹਨ, DOT ਸੇਫਟੀ ਇੰਸਪੈਕਸ਼ਨਸ ਕਰਦੇ ਹਨ। ਇਹ ਹਰ ਤਰ੍ਹਾਂ ਦੀ ਬ੍ਰੇਕਾਂ ਦੇ ਕੰਮ ਤੋਂ ਲੈ ਕੇ ਸਸਪੈਂਸ਼ਨ, ਟਾਇਰ ਇੰਸਟਾਲੇਸ਼ਨ, ਇਲੈਕਟ੍ਰਿਕ ਐਂਡ ਡਾਇਗਨੋਸ, ਰੀਬਿਲਡ, ਟਰਾਂਸਮਿਸ਼ਨ, ਡਿਫਰੈਂਸ਼ੀਅਲ ਤੇ ਕਲਚ ਜੌਬਸ, ਆਇਲ ਚੇਂਜ, ਹਰ ਇੱਕ ਕੰਮ ਬੜੀ ਤਸੱਲੀ ਨਾਲ ਕਰਦੇ हैं जी। ਇਹ MPI ਅਪਰੂਵਡ ਨੇ ਔਰ ਹਾਂ, ਇਹ ਸੀਜ਼ਨਲ ਸਰਵਿਸਿਜ਼ ਵੀ ਪ੍ਰੋਵਾਈਡ ਕਰਦੇ हैं। 24 ਘੰਟੇ 7 ਦਿਨ ਦੀ ਸਰਵਿਸਿਜ਼ ਲਈ ਤੇ ਵਧੇਰੇ ਜਾਣਕਾਰੀ ਲਈ ਕਾਲ ਕਰੋ 204 459 2000 ਜਾਂ ਫਿਰ ਕਾਲ ਕਰੋ 204 777 0460। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 360 652 6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਣੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL, because we care। Quick Truck Lube.